ਤੇ ਪੱਟੀ ਸਾਹਿਬ ਕਹਿੰਦੇ ਆ 100 ਦਿਨ ਹਲੇ ਪੂਰੇ ਨਹੀਂ ਹੋਏ ਪ੍ਰਧਾਨ ਦੇ ਤੇ ਕਾਲੀਆਂ ਝੰਡੀਆਂ ਲਾ ਕੇ ਕਿਸਾਨਾਂ ਨੇ ਕਹਿੰਦੇ ਸਵਾਗਤ ਵੀ ਕਰ ਦਿੱਤਾ ਉਹਨਾਂ ਦਾ, ਜੀ ਆਇਆਂ ਨੂੰ ਕੀਤਾ। ਇਸ ਕਰਕੇ ਤੁਸੀਂ ਰੱਬ ਲੱਭਣ ਚੱਲੇ ਵੀ ਅਸੀਂ ਰੱਬ ਲੱਭ ਕੇ ਸ਼ਾਇਦ ਪੰਜਾਬ ਦੀ ਕੁਰਸੀ ਤੇ ਕਾਬਜ ਹੋ ਜਾਈਏ, ਲੇਕਿਨ ਪੰਜਾਬ ਦੇ ਲੋਕ ਹੁਣ ਇੰਨੇ ਗੀਗੇ ਕਾਕੇ ਨਹੀਂ ਰਹੇ ਵੀ ਤੁਹਾਨੂੰ ਕੁਰਸੀ ਫੜਾ ਦੇਣ। ਸਮੇਰ ਸਿੰਘ ਸੈਣੀ ਜਿਹਦੇ ਬਾਰੇ ਕਹਿੰਦੇ ਸੀ ਇਹਦੀ ਗ੍ਰਿਫਤਾਰੀ ਨਹੀਂ ਹੋ ਸਕਦੀ, ਅੱਜ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਅਫਗਾਨਿਸਤਾਨ ਦੇ ਤਾਲਿਬਾਨੀਆਂ ਨੇ ਵਾਅਦਾ ਕੀਤਾ ਹੈ, ਕਹਿੰਦੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ, 10 ਵਾਅਦੇ ਕੀਤੇ ਆ। ਇੱਕ ਪਾਸੇ ਤੇ ਉੱਥੋਂ ਜਿਹੜੇ ਬੈਠੇ ਸਾਡੇ ਪਰਿਵਾਰ 270 ਪਰਿਵਾਰ ਸਿੱਖ ਤੇ 50 ਹਿੰਦੂ ਨੂੰ ਲੈ ਕੇ ਕਹਿੰਦੇ ਇੱਥੇ ਵਸਾਉਣਾ ਅਸੀਂ, ਤੇ ਜਿਹੜੇ ਪਹਿਲਾਂ ਵਸੇ ਆ ਉਹਨਾਂ ਨੂੰ ਨਿਯਮਾਂ ਅਨੁਸਾਰ ਨਾਗਰਿਕਤਾ ਦਿੱਤੀ ਗਈ। ਅੱਛਾ ਪੱਟੀ ਸਾਹਿਬ, ਲੋਕੀ ਤੇ ਚੰਦ ਤੇ ਪਹੁੰਚ ਗਏ ਆ ਕਿਹੜੇ ਪਿੰਡ ਦੀ ਗੱਲ ਆ ਜਿੱਥੇ ਇੱਕ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਪਿੰਡ ਨੇ ਕਿਸੇ ਜਾਦੂ ਟੂਣੇ ਕਰਕੇ? ਉਹ ਮਲੇਰਕੋਟਲੇ ਕਿਸੇ ਸਿਆਣੇ ਕੋਲ ਗਏ, ਬਾਬਾ ਜੀ ਸਾਡੇ ਤੇ ਡੰਗਰਾਂ ਦੀ ਇੰਨੀ ਬਿਮਾਰੀ ਵੀ ਹੈ, ਸੋਚ ਚੁੱਕੇ ਕਹਿੰਦਾ ਮੈਂ ਟੂਣਾ ਕਰ ਦੇਣਾ, ਗੱਲ ਹੀ ਕੋਈ ਨਹੀਂ। ਬਿਲਕੁਲ ਜੀ, ਵਾਕਈ ਬਹੁਤ ਸਾਰੀਆਂ ਸਰਕਾਰਾਂ ਵੱਲੋਂ ਔਰ ਬਹੁਤ ਸਾਰੀਆਂ ਸੁਸਾਇਟੀਆਂ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਆ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਅਵੇਅਰਨੈਸ ਦੇ ਸਕੀਏ। ਸੋ ਜਦੋਂ ਡਰੱਗਸ ਦੀ ਗੱਲ ਆਉਂਦੀ ਆ ਤੇ ਇਹਦੇ ਤੇ ਅਵੇਅਰਨੈਸ ਜ਼ਰੂਰ ਦੇਣੀ ਚਾਹੀਦੀ ਆ। ਸੋ ਰੈਲੀ ਹੋ ਰਹੀ ਆ ਪਿਕਸ ਵੱਲੋਂ, ਇਸ ਦੀ ਪੂਰੀ ਡਿਟੇਲ ਸ਼ਾਮ ਦੇ ਪ੍ਰੋਗਰਾਮ ਵਿੱਚ ਵੀ ਤੁਹਾਨੂੰ ਦੇਵਾਂਗੇ ਜੀ। ਪਰ ਹੁਣ ਅਸੀਂ ਬਹੁਤਾ ਸਮਾਂ ਨਹੀਂ ਲਾਉਂਦੇ, ਪੱਟੀ ਸਾਹਿਬ ਇੰਤਜ਼ਾਰ ਕਰਦੇ ਆ, ਲੈ ਕੇ ਚੱਲਦੇ ਅੰਮ੍ਰਿਤਸਰ ਸਾਹਿਬ ਜਿੱਥੋਂ ਜਸਵੀਰ ਸਿੰਘ ਪੱਟੀ ਸ਼ਾਮਲ ਹੋ ਰਹੇ। ਪੱਟੀ ਸਾਹਿਬ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਪੱਟੀ ਸਾਹਿਬ ਕਹਿੰਦੇ ਆ 100 ਦਿਨ ਹਲੇ ਪੂਰੇ ਨਹੀਂ ਹੋਏ ਪ੍ਰਧਾਨ ਦੇ ਤੇ ਕਾਲੀਆਂ ਝੰਡੀਆਂ ਲਾ ਕੇ ਕਿਸਾਨਾਂ ਨੇ ਕਹਿੰਦੇ ਸਵਾਗਤ ਵੀ ਕਰ ਦਿੱਤਾ ਉਹਨਾਂ ਦਾ, ਜੀ ਆਇਆਂ ਨੂੰ ਕੀਤਾ। ਇਹ ਰੱਬ ਲੱਭਣ ਚੱਲੇ ਸੀ, ਰੱਬ ਜੀ। ਅੱਛਾ, ਰੱਬ ਲੱਭਣ ਚੱਲੇ ਸੀ, ਠੀਕ ਹੈ। ਤੇ ਰੱਬ ਉਹਦੇ ਸ਼ਾਨੀ ਕੀ ਕਿਹਾ, ਕਹਿੰਦਾ ਰੱਬ ਜੇ ਰੱਬ ਮਿਲਦਾ ਨਹਾਤਿਆ ਧੋਤਿਆ ਤੇ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਊਆਂ ਮੱਛੀਆਂ, ਜੇ ਰੱਬ ਮਿਲਦਾ ਜੱਤੀਆਂ ਸਤੀਆਂ ਤੇ ਮਿਲਦਾ ਦਾਦਾ ਪੱਛੀਆਂ, ਜੇ ਰੱਬ ਮਿਲਦਾ ਮੁੰਨ ਮਨਾਇਆ ਤਾਂ ਮਿਲਦਾ ਭੇਡਾਂ ਖਤੀਆਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਕੀ ਬਾਤ ਹੈ। ਹਾਂ, ਇਹ ਰੱਬ ਲੱਭਣ ਚੱਲੇ ਆ ਜੀ। ਉਹ ਵੇਖੋ ਜੀ, ਇੱਕ ਪਾਸੇ ਤੁਹਾਡੇ ਅੱਗ ਵਰਨ ਦੀ ਆ, ਕਿਸਾਨ ਤੁਹਾਡੇ ਥਾਂ ਥਾਂ ਤੇ ਮੁਜ਼ਾਹਰੇ ਕਰ ਰਹੇ ਆ, ਰੋਸ ਮੁਜ਼ਾਹਰੇ ਕਰ ਰਹੇ, ਜਿੱਥੇ ਜਾਣੇ ਤੁਹਾਨੂੰ ਘੇਰਦੇ ਆ। ਤੁਸੀਂ 100 ਦਿਨ ਦਾ ਪ੍ਰੋਗਰਾਮ ਬਣਾ ਕੇ 100 ਸਿਆਪੇ ਗੱਲ ਸਹੇੜ ਲਏ। ਤੁਸੀਂ ਜਾ ਰਹੇ ਹੋ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ, ਤੁਸੀਂ ਜੀਏ ਤੋਂ ਸ਼ੁਰੂ ਕੀਤਾ। ਤੁਹਾਨੂੰ ਪਤਾ ਸੀ ਕਿਸਾਨਾਂ ਦੇ ਵਿਰੋਧ ਕਰਨਾ, ਵੱਡੀ ਗਿਣਤੀ 'ਚ ਔਰਤਾਂ ਨੇ, ਕਿਸਾਨਾਂ ਨੇ, ਆਮ ਲੋਕਾਂ ਨੇ ਤੁਹਾਡਾ ਵਿਰੋਧ ਕੀਤਾ। ਤੁਹਾਨੂੰ ਪਤਾ ਮਾਲਵੇ ਦੀ ਧਰਤੀ ਤੇ ਜਿਹੜੇ ਬਰਗਾੜੀ ਕਾਂਡ ਹੋਇਆ ਵਾ, ਜਿਹੜਾ ਕੋਟਕਪੂਰਾ ਕਾਂਡ ਹੋਇਆ ਵਾ, ਡਬਲ ਕਲਾ ਕਾਂਡ ਹੋਇਆ, 6 ਸਾਲ ਵਾਪਰਨ ਦੇ ਬਾਵਜੂਦ ਵੀ ਅੱਜ ਵੀ ਲੋਕਾਂ ਦੇ ਅੱਜ ਵੀ ਚੇਤੇ ਬਿਲਕੁਲ ਤਾਜ਼ਾ ਨਜ਼ਰ ਆਉਂਦਾ ਜੀ। ਤੇ ਤੁਸੀਂ ਕਹਿ ਰਹੇ ਹੋ ਜੀ, ਵੇਖੋ ਜੀ ਅਸੀਂ 100 ਦਿਨ ਜਿਹੜੀ ਆ ਉਹ ਵਿਰੋਧੀ ਧਿਰ ਦੀ ਜਿਹੜੀ ਪਰਦਾਫਾਸ਼ ਕਰਨ ਚੱਲੇ ਆ। ਅਸੀਂ 700 ਮੀਟਿੰਗਾਂ ਕਰਾਂਗੇ। ਦੂਜੇ ਪਾਸੇ ਤੁਸੀਂ ਦੋਸ਼ ਲਾਉਂਦੇ ਵੀ ਤੇ ਕਾਂਗਰਸੀ ਹੈਗੇ ਸੀ ਜੀ, ਕਾਂਗਰਸੀ ਕਿਸਾਨ ਨਹੀਂ ਹੋ ਸਕਦੇ। ਇਸ ਕਰਕੇ ਤੁਸੀਂ ਰੱਬ ਲੱਭਣ ਚੱਲੇ ਵੀ ਅਸੀਂ ਰੱਬ ਲੱਭ ਕੇ ਸ਼ਾਇਦ ਪੰਜਾਬ ਦੀ ਕੁਰਸੀ ਤੇ ਕਾਬਜ ਹੋ ਜਾਈਏ, ਲੇਕਿਨ ਪੰਜਾਬ ਦੇ ਲੋਕ ਹੁਣ ਇੰਨੇ ਗੀਗੇ ਕਾਕੇ ਨਹੀਂ ਰਹੇ ਵੀ ਤੁਹਾਨੂੰ ਕੁਰਸੀ ਫੜਾ ਦੇਣ। ਬਿਲਕੁਲ ਜੀ, ਚਾਰੇ ਲੱਤਾਂ ਹਵਾ 'ਚ ਚੱਕੀਆਂ ਕਿਸਾਨਾਂ ਨੇ, ਕਹਿੰਦੇ ਬੈਠੋ ਸਹੀ, ਜਿਹੜਾ ਬੈਠੂ ਚੰਗੀ ਤਰ੍ਹਾਂ ਹੀ ਬਿਠਾਵਾਂਗੇ ਜਿੰਨਾ ਚਿਰ ਬਿੱਲ ਨਹੀਂ ਮਾਫ ਹੁੰਦੇ। ਬਲਜਿੰਦਰ ਜੀ, ਜਦੋਂ ਲੋਕ ਸਵਾਲ ਪੁੱਛਣ ਲੱਗ ਪਏ ਨਾ, ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਵੋਟ ਪਾ ਦਿਆਂਗੇ ਤੁਹਾਨੂੰ ਜੀ। ਆਪਾਂ ਕੱਲ ਸ਼ਾਇਦ ਖਬਰ ਸਾਂਝੀ ਕੀਤੀ ਸੀ ਵੀ ਇੱਕ ਪਿੰਡ ਦਾ ਪੰਚਾਇਤ ਮੈਂਬਰ ਆਪਣੇ ਗੱਜ ਛਿੱਤਰਾਂ ਦਾ ਹਾਰ ਪਾ ਕੇ ਇੱਕ ਸਵਾਲ ਪੁੱਛਦਾ ਇਹਨਾਂ ਨੂੰ ਪ੍ਰਸ਼ਾਸਨ, ਤੇ ਮੇਰੇ ਸਵਾਲ ਦਾ ਜਵਾਬ ਦੇ ਦਿਓ, ਜਿਹੜੇ ਬੂਟੇ ਦੇ ਪੁੱਟੇ ਕਿਉਂ ਆ ਜੀ। ਇਸ ਕਰਕੇ ਲੋਕ ਸਵਾਲ ਪੁੱਛਣ ਲੱਗ ਪਏ। ਜੋ ਸਵਾਲ ਪੁੱਛਣ ਲੱਗ ਪਏ ਫਿਰ ਪੋਲੀਟੀਕਲ ਲੀਡਰ ਨੂੰ ਜਵਾਬ ਦੇਣੇ ਪੈਂਦੇ ਆ।
ਜੇ ਜਵਾਬ ਨਹੀਂ ਆਉਂਦੇ ਤੇ ਫਿਰ ਉਹਨਾਂ ਦੀ ਸਿਆਸਤ ਜਿਹੜੀ ਪਹਿਲਾਂ ਗੰਦੀ ਸਿਆਸਤ ਕਰਦੇ ਨੇ ਉਹ ਬਹੁਤੀ ਦੇਰ ਨਹੀਂ ਕਰ ਸਕਦੇ ਜੀ ਬਿਲਕੁਲ। ਹੁਣ ਕੀ ਕਹੇ ਨੇ ਉੱਥੇ ਆਪਣੇ ਬੰਦੇ ਕਿੱਥੇ, ਜੇ ਵੇਖੋ ਝਗੜਾ ਹੋ ਜੇ, ਜਿਹੜੇ ਇਹਨਾਂ ਨਾਲ ਜਾਂਦੇ ਉਹ ਵੀ ਕਿਸਾਨ ਨੇ, ਜਿਹੜੇ ਵਿਰੋਧ ਕਰਦੇ ਉਹ ਵੀ ਕਿਸਾਨ ਨੇ, ਉੱਥੇ ਝਗੜਾ ਹੋ ਜੇ, ਕੋਈ ਗੜਬੜ ਹੋ ਜੇ, ਕੋਈ ਬੰਦਾ ਮਰ ਜੇ, ਕੌਣ ਜ਼ਿੰਮੇਵਾਰ? ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆਪਣੀ ਸਿਆਸਤ ਨਾਲ ਚਮਕਾਓ, ਸਿਆਸਤ ਚਮਕਾਓ, ਤੁਸੀਂ ਜ਼ਰੂਰ ਚਮਕਾਓ, ਲੇਕਿਨ ਕੋਈ ਤਰੀਕਾ ਤੇ ਸਮਾਂ ਹੁੰਦਾ ਕੋਈ ਨਾ ਕੋਈ। ਅੱਜ ਵੀ ਤੁਹਾਡੇ ਤੇ ਦੋਸ਼ ਲੱਗਦਾ ਵਾ। ਤੁਹਾਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਦੀ ਤੇ ਜਿਹੜੀ ਮੀਟਿੰਗ ਹੋਈ ਆ ਸ਼ਾਹ ਦੀ, ਉਹ ਮੀਟਿੰਗ ਵੀ ਇਹਨਾਂ ਦੇ ਸੰਦਰਭ ਚ ਹੋਈ ਆ ਜੀ। ਉਹ ਪਹਿਲਾਂ ਸਾਨੂੰ ਇਹਨਾਂ ਅਕਾਲੀਆਂ ਨੇ 2014 ਚ ਧੋਖਾ ਦਿੱਤਾ, ਜਦੋਂ ਕਿਹਾ ਵੀ ਜਿਹੜੇ ਸਾਡੇ ਜੇਤਲੀ ਸਾਹਿਬ ਇਹਨਾਂ ਨੂੰ ਅੰਮ੍ਰਿਤਸਰ ਭੇਜ ਦਿਓ, ਇਹ ਕਾਗਜ਼ ਭਰ ਕੇ ਆ ਜਾਣ, ਅਸੀਂ ਇਹਨਾਂ ਦੇ ਘਰ ਜਿੱਤ ਦਾ ਸਰਟੀਫਿਕੇਟ ਭੇਜ ਦਿਆਂਗੇ। ਇਹਨਾਂ ਉਹਨਾਂ ਨੂੰ ਤਾਂ ਬੜੀ ਬੁਰੀ ਤਰ੍ਹਾਂ ਰਿਹਾ। ਹੁਣ ਜੇ ਕਾਨੂੰਨ ਪਾਸ ਕੀਤੇ, ਇਹਨਾਂ ਨੂੰ ਪੁੱਛ ਕੇ ਕੀਤੇ, ਦੱਸ ਕੇ ਕੀਤੇ, ਵਿਖਾ ਕੇ ਕੀਤੇ, ਇਹਨਾਂ ਕਿਹਾ ਜੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਆਪੇ ਸਮਝਾਵਾਂਗੇ, ਤੁਸੀਂ ਕਾਨੂੰਨ ਪਾਸ ਕਰੋ। ਵੱਡੇ ਬਾਦਲ ਸਾਹਿਬ ਦੀ ਵੀ ਇਹਨਾਂ ਨੇ ਜਿਹੜੀ ਇੰਟਰਵਿਊ ਕਰਾਤੀ, ਉਹਨਾਂ ਦੀ ਬਕਾਇਦਾ ਤੌਰ ਤੇ ਫੇਸਬੁੱਕ ਤੇ ਉਹਨਾਂ ਦੇ ਪਾਤਾ ਜੀ ਕਾਨੂੰਨ ਬਹੁਤ ਵਧੀਆ ਨੇ। ਬੀਬੀ ਹਰਸਿਮਰਤ ਕੌਰ ਜਿਹੜੇ ਬਾਦਲ ਰੌਲਾ ਪਾਉਂਦੀ ਰਹੀ, ਸੁਖਬੀਰ ਸਿੰਘ ਬਾਦਲ ਆਪ ਰੌਲਾ ਪਾਉਂਦੇ ਰਹੇ, ਕਾਨੂੰਨ ਬਹੁਤ ਵਧੀਆ ਨੇ। ਕਹਿੰਦੇ ਸੀ ਜੀ ਕਾਨੂੰਨ ਤਾਂ ਕਿਸਾਨਾਂ ਦੇ ਹੱਕ 'ਚ ਆ, ਕਿਸਾਨਾਂ ਨੂੰ ਤਾਂ ਫਾਇਦਾ ਹੀ ਬੜਾ ਹੋਣਾ ਇਹਦਾ। ਇਸ ਕਰਕੇ ਤੁਹਾਨੂੰ ਇਹਨਾਂ ਗੱਲਾਂ ਦੇ ਲੋਕਾਂ ਨੇ ਸਵਾਲ ਪੁੱਛਣੇ ਆ। ਪਤਾ ਨਹੀਂ ਤੁਹਾਡੇ ਕਿਹੜੇ ਐਡਵਾਈਜ਼ਰ ਨੇ ਸਲਾਹ ਦਿੱਤੀ ਵੀ ਤੁਸੀਂ 100 ਦਿਨ ਦਾ ਪ੍ਰੋਗਰਾਮ ਬਣਾ ਲਓ। ਇਹਦਾ ਮਤਲਬ ਜੇ ਤੁਸੀਂ 100 ਦਿਨਾਂ ਦੇ ਵਿੱਚ 100 ਵੋਟਾਂ ਜੋੜੀਆਂ, 200 ਆਪਣੇ ਤੋੜਨੇ ਵੀ ਨਾਲ ਹੈਗੇ। ਜਿੱਥੇ ਜਾਓ ਕੱਲ ਜੋ ਤਾਂ ਉੱਥੇ ਵਿਰੋਧ ਹੋਣਾ, ਡਟ ਕੇ ਵਿਰੋਧ ਹੋਣਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਕਰ ਰਹੇ ਨੇ ਵੀ ਇਹਨਾਂ ਨੂੰ ਖੁੱਡੇ ਦਿਨ ਕਿਵੇਂ ਲਾਉਣਾ। ਤੁਹਾਨੂੰ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਦੱਸਣ ਲੱਗਾ ਜੀ। ਸਮੇਰ ਸਿੰਘ ਸੈਣੀ ਜਿਹਦੇ ਬਾਰੇ ਕਹਿੰਦੇ ਸੀ ਇਹਦੀ ਗ੍ਰਿਫਤਾਰੀ ਨਹੀਂ ਹੋ ਸਕਦੀ, ਅੱਜ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਕੀ ਬਾਤ ਹੈ। ਖਬਰਾਂ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਸਾਨੂੰ ਭੇਜੀਆਂ ਜਾ ਰਹੀਆਂ ਸੀ ਕਿ ਪੱਟੀ ਸਾਹਿਬ ਹੁਣਾਂ ਨਾਲ ਇੱਕ ਵਾਰੀ ਕਨਫਰਮ ਕਰ ਲਓ ਵੀ ਅਸੀਂ ਵਾਕਿਆ ਹੀ ਇਹਨੂੰ ਸੱਚ ਜਾਣੀਏ ਕਿ ਵਾਕਿਆ ਹੀ ਹੋ ਚੁੱਕੀ ਹੈ ਉਹਨਾਂ ਦੀ ਗ੍ਰਿਫਤਾਰੀ। ਜਿਹੜੀ ਗ੍ਰਿਫਤਾਰੀ ਬੜੀ ਡਰਾਮੈਟਿਕ ਵੇ ਹੋਈ ਹੈ। ਅੱਛਾ ਜੀ, ਉਹ ਵੀ ਦੱਸੋ ਪੂਰੀ, ਇਹਦੇ ਬਾਰੇ ਵੇਰਵਾ ਪੂਰਾ ਦਿਓ ਜੀ। ਪਹਿਲਾਂ ਇਹ ਗਏ ਨੇ ਜਾ ਕੇ ਹਾਈ ਕੋਰਟ 'ਚ ਇੱਕ ਦਰਖਾਸਤ ਦਿੱਤੀ ਆ ਜੀ, ਵੇਖੋ ਜਿਹੜੀ ਵੀ ਇਹਨਾਂ ਨੇ ਮੇਰੇ ਖਿਲਾਫ ਕੋਈ ਨਾ ਕੋਈ ਆ ਜਿਹੜੀ ਕੇਸ ਦਰਜ ਕੀਤਾ, ਕੋਈ ਧਾਰਾਵਾਂ ਦਾ ਵਾਧਾ ਕਰਨਾ, ਤਾਂ ਹਾਈ ਕੋਰਟ ਦੇ ਪੁੱਛਣ ਤੋਂ ਬਗੈਰ ਨਾ ਕਰਨ ਜੀ। ਤੇ ਕੋਰਟ ਨੇ ਬੜੀ ਬੁਰੀ ਤਰ੍ਹਾਂ ਝਾੜ ਪਾਈ ਇਹਨਾਂ ਨੂੰ, ਤੇ ਇਹਨਾਂ ਨੂੰ ਆਪਣੀ ਐਪਲੀਕੇਸ਼ਨ ਵਾਪਸ ਲੈਣੀ ਪਈ ਇਹਨਾਂ ਦੇ ਵਕੀਲ। ਉਹਨੇ ਕਿਹਾ ਤੁਸੀਂ ਸਮਝਦੇ ਆਪਣੇ ਮੈਨੂੰ ਕੀ ਜੇ, ਇਹਨਾਂ ਥੋੜਾ ਤੁਹਾਨੂੰ ਐਂਟੀਸਿਪੇਟਰੀ ਬੇਲ ਦੇ ਦਿੱਤੀ ਹੈ। ਇਹ ਹੁਣ ਆਈਓ ਦੀ ਮਰਜ਼ੀ ਆ, ਆਈਓ ਨੇ ਵੇਖਣਾ ਮੈਂ ਕੀ ਕਰਨਾ ਕੀ ਨਹੀਂ ਕਰਨਾ। ਇਹਨਾਂ ਨੂੰ ਭੇਦ ਲੱਗ ਗਿਆ ਸੀ ਵੀ ਇਹਨਾਂ ਦੇ ਖਿਲਾਫ ਇੱਕ FIR ਹੋਰ ਹੋ ਸਕਦੀ ਆ ਜੀ। ਵੇਖੋ ਵਿੱਚੇ ਕਿੰਨੇ ਦੱਸਣ ਵਾਲੇ ਇਹਨਾਂ ਦੇ ਅਜੇ ਚੇਲੇ ਬਣ ਕੇ ਗਏ ਆ। ਬਿਲਕੁਲ ਜੀ। ਅੱਜ ਸ਼ਾਮੀ 8 ਵਜੇ ਇਹ ਗਏ ਨੇ ਵਿਜੀਲੈਂਸ ਆਫਿਸ ਵਿੱਚ, ਮੈਂ ਸ਼ਾਮਲ ਤਫਤੀਸ਼ ਹੋਣ ਵਾਸਤੇ ਆਇਆ ਵਾਂ। ਉਹਨਾਂ ਕਹਿੰਦੇ ਜੀ ਬਹਿ ਜਾਓ ਇੱਥੇ, ਨਾਲ ਹੀ ਰੈਸਟ ਪਾਤੀ ਆ। ਉਹ ਕਹਿੰਦੇ ਕੱਲ ਰੈਸਟ ਪਾਈ ਮੇਰੀ ਵਾਰੀ ਆ। ਰੈਸਟ ਉਸਕੇ ਸਿਪਾਹੀ ਆ ਜਿਹਦੇ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈਗੀ। ਰੈਸਟ ਪਾਈ ਆ ਪੁਲਿਸ ਭਰਤੀ ਘਪਲੇ ਦੇ ਵਿੱਚ। ਅੱਛਾ ਜੀ। ਪੁਲਿਸ ਭਰਤੀ ਦੇ ਰੈਸਟ ਪਾਉਣ ਤੋਂ ਬਾਅਦ ਹੁਣ ਸਮੇਰ ਸਿੰਘ ਨੂੰ ਕਹਿੰਦੇ ਭੱਜ ਕਿੱਧਰ ਭੱਜਦਾ ਤੂੰ। ਇਹ ਲੱਗਾ ਲਿਪ ਟਿਪ ਕਰਨ, ਉਹਦਾ ਫਰਕ ਅੰਦਰ ਦਿੱਤਾ, ਬਜਾਈ ਤੇਰੇ ਮਾਰਨਾ ਤੂੰ ਜਾਣੋ। ਹੁਣ ਤੇਰੇ ਫੈਸਲਾ ਅਸੀਂ ਕਰਾਂਗੇ, ਤੂੰ ਆਪਣੇ ਫੈਸਲਾ ਆਪ ਨਹੀਂ ਕਰੇਗਾ। ਤੂੰ ਜਾਨੀ ਆਪ ਚੱਲ ਕੇ ਨਾਨਕੀ ਚਲੇ ਗਏ। ਬਿਲਕੁਲ, ਤਾਂ ਕੰਮ ਹੋਣੇ ਨਹੀਂ ਸੀ ਨੇ। ਕਈ ਵਾਰੀ ਬੰਦਾ ਉਹੀ ਨਾਨਕੀ ਘੁੰਮਣ ਫਿਰਨ ਗਿਆ, ਉੱਥੇ ਰਹਿਣ ਦਾ ਮਾਮਾ ਕਹਿੰਦਾ ਵੀ ਆ ਕੰਮ ਕਰੋ ਤਾਂ ਫੇਰ ਹੀ ਜਾਣਾ, ਛੁੱਟੀਆਂ ਇੱਥੇ ਹੀ ਮਨਾਓ। ਇਹਨਾਂ ਨਾਲ ਵੀ ਇੰਝ ਹੀ ਹੋਈ ਆ। ਆ ਦੂਏ ਪਾਸੇ ਮਾੜਾ ਜਿਹਾ ਨਾਲ ਹੀ ਚੱਲ ਜਾਓ, ਆ ਰਾਮ ਰਹੀਮ ਵਾਲਾ ਕੇਸ ਵੀ ਕਹਿੰਦੇ ਉਹਨੂੰ ਵੀ ਮੈਨੇਜਰ ਰਣਜੀਤ ਸਿੰਘ ਦੇ ਕੇਸ ਵਿੱਚ ਜਿਹੜੀ ਸਜ਼ਾ ਹੋ ਸਕਦੀ ਆ ਰਾਖਵਾਂ ਰੱਖ ਲਿਆ, ਉਹਦਾ ਵੀ ਫੈਸਲਾ। ਇਹ ਵੀ ਦੱਸ ਹੀ ਦਿਓ ਨਾਲ ਨਾਲ ਹੀ। ਚੰਗੀਆਂ ਗੱਲਾਂ ਪਹਿਲਾਂ ਦੱਸ ਦਿਆ ਕਰੋ। ਠੀਕ ਹੈ ਜੀ। ਜਿਹੜੀ ਰਾਮ ਰਹੀਮ ਦੀ ਤੁਸੀਂ ਗੱਲ ਕੀਤੀ ਹੈ ਜੀ, ਰਾਮ ਰਹੀਮ ਅੱਗੇ 2 ਕੇਸਾਂ ਦੇ ਵਿੱਚ ਕੇਸ ਭੁਗਤ ਰਿਹਾ। 2 ਕੇਸ ਸਾਧਵੀ ਵਾਲੇ ਜੀ 10-10 ਸਾਲ ਦੀ ਸਜ਼ਾ ਹੋਈ ਆ। ਇੱਕ ਕੇਸ ਜਿਹੜਾ ਛਤਰਪਤੀ ਵਾਲਾ 20 ਸਾਲ ਦੀ ਸਜ਼ਾ ਹੋਈ ਹੈ ਜੀ।
ਇੱਕ ਕੇਸ ਸ਼ਾਇਦ ਹੋਰ ਦੇ 3 ਕੇਸ ਹੈ ਜਿਹਦੇ ਵਿੱਚ ਇਹਨੂੰ 40 ਸਾਲ ਦੀ ਸਜ਼ਾ ਹੋਈ ਹੈ ਤੇ ਇਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਵੀ ਜਿਹੜੀ ਇੱਕ ਸਜ਼ਾ ਪਹਿਲਾਂ ਪੂਰੀ ਹੋਊਗੀ ਫਿਰ ਦੂਜੀ ਸ਼ੁਰੂ ਹੋਊਗੀ। ਜੇ ਉਹ ਗੱਲ ਹੁੰਦੀ ਹੈ ਤੇ ਫਿਰ ਸਮਝ ਲਓ ਵੀ ਉਹਨੂੰ ਕੋਈ ਹੋਰ ਸਜ਼ਾ ਕਰਨ ਦੀ ਲੋੜ ਨਹੀਂ, ਉਹਦੀ ਉਮਰ ਬੀਤ ਗਈ ਉਹਦੇ 'ਚ। ਵੈਸੇ ਆਪ ਹੈ ਕਿੰਨੇ ਕੁ ਸਾਲਾਂ ਦਾ? ਕਿਉਂਕਿ 10 ਤੇ 10 20 ਤੇ 20 40 ਤੇ 40 80 ਸਾਲ ਹੋ ਗਏ, ਮੈਨੂੰ ਲੱਗਦਾ ਨਹੀਂ ਬਾਹਰਲੀ ਹਵਾ ਪਾਣੀ ਦੇਖਣ ਨੂੰ ਮਿਲੂਗੀ। 54 ਸਾਲ ਦਾ ਪਏਗਾ ਜੀ। ਮਤਲਬ ਕੋਈ ਗੱਲ ਨਹੀਂ, ਫਿਰ ਹੈਗਾ ਹਲੇ ਬਥੇਰਾ ਸਮਾਂ, ਬੜੀਆਂ ਸਜ਼ਾਵਾਂ ਹੋ ਗਈਆਂ। ਤੇ ਇਸ ਕੇਸ 'ਚ ਕਿੰਨੀ ਹੋਣੀ ਹੈ ਜੀ? ਇਸ ਕੇਸ ਦੇ ਵਿੱਚ ਵੀ ਘੱਟੋ ਘੱਟ 20 ਸਾਲ ਸਜ਼ਾ ਹੋਣੀ ਹੈ ਕਿ ਰਣਜੀਤ ਸਿੰਘ ਜਿਹੜਾ ਇਹਦਾ ਮੈਨੇਜਰ ਸੀਗਾ, ਉਹਦੀ ਭੈਣ ਉੱਥੇ ਟੀਚਰ ਸੀਗੀ, ਇਹਦੀ ਪਤਨੀ ਉੱਥੇ ਕੰਮ ਕਰਦੀ ਸੀਗੀ। ਇਹਨੇ ਆਪਣੇ ਰੰਗੇ ਹੱਥੀਂ ਤੁਹਾਨੂੰ ਫੜ ਲਿਆ ਵੀ ਇਹਦੀ ਭੈਣ ਨਾਲ ਵੀ ਤੇ ਇਹਦੀ ਘਰਵਾਲੀ ਨਾਲ ਵੀ, ਤੇ ਇਹਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਕਹਿੰਦਾ ਮੈਂ ਨਹੀਂ ਇੱਥੇ ਰਹਿਣਾ। ਜਦੋਂ ਰਣਜੀਤ ਸਿੰਘ ਉੱਥੋਂ ਜਾਣ ਲੱਗਾ ਤੇ ਫਿਰ ਇਹਦੀ 6 ਮੈਂਬਰੀ ਕਮੇਟੀ ਆ, ਉਹਨਾਂ ਨੇ ਫਿਰ ਇਹਨੂੰ ਫਤਿਹ ਬੁਲਾਤੀ ਹੈ। ਬੰਦਾ ਮਾਰ ਕੇ ਧਰਤੀ 'ਚ ਦੱਬ ਕੇ ਉੱਤੇ ਬੂਟਾ ਲਾ ਦਿੰਦੇ ਸੀਗੇ। ਉਹ ਗੱਲ ਹੁਣ ਜਦੋਂ ਬਾਹਰ ਆਈ ਬਕਾਇਦਾ ਤੌਰ ਤੇ ਗਵਾਹਾਂ ਦਾ ਜਿਹੜੀ ਭੁਗਤੇ ਉੱਥੇ, ਮੈਂ ਕਿਹਾ ਸ਼ਾਇਦ ਮਿੱਠਾ ਸਿੰਘ ਦੀ ਖੱਟਾ ਸਿੰਘ ਗਵਾਹ ਦੇ ਸੀਗਾ, ਸ਼ਾਇਦ ਨੂੰ ਯਾਦ ਨਹੀਂ ਪੱਕਾ ਤੇ ਉਹ ਗਵਾਹਾਂ ਦੇ ਬਿਹਾਵ ਦੇ ਉੱਤੇ ਲਗਭਗ ਹੁਣ 26 ਤਰੀਕ ਨੂੰ ਉਮੀਦ ਆ ਵੀ ਇਹਨੂੰ ਸਜ਼ਾ ਸੁਣਾਈ ਜਾਵੇਗੀ। 26 ਤਰੀਕ ਲਈ ਕੋਰਟ ਨੇ ਪਾਈ ਹੈ। ਸੀਬੀਆਈ ਨੇ ਸਾਬਤ ਕਰਤਾ ਵੀ ਵਾਕਿਆ ਇਹ ਕਤਲ ਆ, ਕਤਲ ਇਹਨਾਂ ਇਹਦੇ ਵਿੱਚ ਇਸ ਸੈਣੀ ਸਾਹਿਬ ਤੇ ਚਲੇ ਗਏ ਨੇ। ਇਹ ਹੁਣ ਸ਼ਾਇਦ ਉੱਥੇ ਚਲੇ ਜਾਣ, ਸੈਣੀ ਸਾਹਿਬ ਕਹਿੰਦੇ ਜੀ ਪੰਜਾਬ ਦੀ ਜੇਲ੍ਹ 'ਚ ਨਾ ਰੱਖਿਆ ਮੈਨੂੰ, ਕਿਤੇ ਇੱਥੇ ਬੜੇ ਬੜੇ ਗੈਂਗ 'ਚ ਲੈ ਜਾਓ, ਸੁਨਾਰੀਏ 'ਚ ਲੈ ਜਾਓ। ਕਿ ਬੰਦਾ ਦਿਲ ਦੇ ਫੋਲ ਲੈਂਦਾ, ਵਲਵਲੇ ਕੱਢ ਲੈਂਦਾ ਉੱਥੇ ਬੈਠ ਕੇ ਬਾਬੇ ਦੇ ਨਾਲ। ਅੱਛਾ ਪੱਟੀ ਸਾਹਿਬ ਛੱਡੋ ਇਹਨਾਂ ਨੂੰ, ਸੈਣੀ ਸਾਹਿਬ ਦੀ ਗੱਲ ਦੱਸੋ, ਸੈਣੀ ਹੋਣਾ ਦੇ ਬਾਰੇ ਦੱਸੋ। ਇਹ ਛੱਡੋ ਤੁਸੀਂ ਪੱਟੀ ਸਾਹਿਬ, ਉਹਨਾਂ ਦੀ ਦੱਸੋ ਕਿ ਹੁਣ ਉਹਨਾਂ ਤੇ ਅਗਲੀ ਕਾਰਵਾਈ ਕੀ ਆ, ਕਿੰਨੇ ਕੁ ਚਿਰ ਲਈ ਅੰਦਰ ਗਏ ਆ, ਉਹਨਾਂ ਦਾ ਹਲੇ ਕੀ ਬਣਿਆ? ਜਿਹੜੀ ਮਰਜ਼ੀ ਪਾਈ ਜੋ, ਜਦੋਂ ਇੱਕ ਅਰੈਸਟ ਹੋ ਗਈ ਹੈ ਹੁਣ ਹਰ ਕੇਸ ਉਹਨਾਂ ਦੀ ਸੁਣਵਾਈ ਇੱਥੇ ਹੀ ਹੋਣੀ, ਅੰਦਰ ਹੀ ਹੋਣੀ ਉਹਨਾਂ ਦੀ। ਚਲੋ ਠੀਕ ਹੈ ਜੀ। ਇਹਦੇ ਚਾਂਸ ਬਹੁਤ ਘੱਟ ਨੇ। ਬੜੇ ਚਿਰ ਦੇ ਲੋਕੀ ਉਡੀਕ ਰਹੇ ਸੀ ਕਿ ਕੋਈ ਫੈਸਲਾ ਆਵੇ ਤੇ ਬਹੁਤਿਆਂ ਨੂੰ ਅੱਜ ਰਾਹਤ ਮਿਲੀ ਹੋਵੇਗੀ। ਇੱਕ ਦਿਮਾਗ ਦੇ ਉੱਤੇ ਜਿਹੜੀ ਟੈਨਸ਼ਨ ਸੀ ਉਹ ਵੀ ਲੱਥੀ ਹੋਵੇਗੀ। ਕਿਸੇ ਨੇ ਤਾਂ ਸੁਣਵਾਈ ਕੀਤੀ, ਕਿਸੇ 'ਚ ਤਾਂ ਹਿੰਮਤ ਹੋਈ ਫੜ ਕੇ ਅੰਦਰ ਕਰਨ ਦੀ। ਜਦੋਂ ਕਿਤੇ ਪੁਲਿਸ ਨੇ ਗ੍ਰਿਫਤਾਰ ਕਰਨਾ ਜੀ, ਪੁਲਿਸ ਕੋਲੇ ਬੜੇ ਰਸਤੇ, ਕੋਰਟਾਂ ਜੋ ਮਰਜ਼ੀ ਕਰ ਲੈਣ, ਸਰਕਾਰਾਂ ਜੋ ਮਰਜ਼ੀ ਕਰ ਲੈਣ, ਅਗਲਿਆਂ ਨੇ ਪਿਛਲੇ ਬਾਕੀ ਕੇਸ ਛੜੇ ਨਹੀਂ, ਨਵੇਂ ਕੇਸ ਕੱਢ ਮਾਰਿਆ ਵੀ ਤੇਰੇ ਖਿਲਾਫ ਵੀ ਕੇਸ ਹੈਗਾ ਆ ਜੋ ਜੇ ਤੂੰ ਆਪ ਗਿਆ ਉੱਥੇ, ਉਦਾਂ ਨਹੀਂ ਸੀ ਪੜੇ ਜਾਣਾ ਜੀ। ਬਿਲਕੁਲ ਸਹੀ ਕਿਹਾ। ਬਕਾਇਦਾ ਕੀਤੀ ਹੈ ਕੋਰਟ ਨੇ ਕਿਹਾ ਵਿਦਨ ਨੇ ਵੀਕ ਤੂੰ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰਨੀ, ਤੇਰੀ ਬੇਲ ਕੈਂਸਲ ਕਰ ਦੇਣੀ ਅਸੀਂ ਜੀ। ਬੇਲ ਤਾਂ ਪਹਿਲਾਂ ਮਿਲੀ ਸੀ ਉਹਨੂੰ, ਸ਼ਾਇਦ ਅੱਜ ਲਾਸਟ ਹੋਵੇ ਜਿਹਦੇ ਕਰਕੇ ਗਿਆ ਵਾ ਤੇ ਜਾਂਦਿਆਂ ਉਹਨਾਂ ਦੇ ਕਾਬੂ ਆ ਗਿਆ। ਉਹਨਾਂ ਕਿ ਆ ਜਾ ਵੀ ਉਹਨਾਂ ਚੱਲੀ ਹੁਣ ਸਾਨੂੰ ਕਰ ਸਾਜਾ ਲੈ ਚੱਲਦੀ ਆਪਾਂ। ਚਲੋ ਕੁਛ ਅੱਜ ਦਿਨ ਬੁੱਧਵਾਰ ਦਾ ਆਇਆ ਤੇ ਬੁੱਧ ਕੰਮ ਸ਼ੁੱਧ, ਦੋ ਖਬਰਾਂ ਤੁਸੀਂ ਬੜੀਆਂ ਵਧੀਆ ਦਿੱਤੀਆਂ। ਤੇ ਹੁਣ ਅਗਲੀ ਖਬਰ ਤੇ ਪਹੁੰਚਦੇ ਆ। ਕਹਿੰਦੇ ਅਫਗਾਨਿਸਤਾਨ ਦੇ ਤਾਲਿਬਾਨੀਆਂ ਨੇ ਵਾਅਦਾ ਕੀਤਾ ਹੈ, ਕਹਿੰਦੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ। 10 ਵਾਅਦੇ ਕੀਤੇ ਆ। ਸੋ ਕਿਹੜੇ 10 ਵਾਅਦੇ ਆ ਜੀ? ਜਿਹੜੀ ਆਪਾਂ ਅਫਗਾਨਿਸਤਾਨ ਦੀ ਗੱਲ ਕਰਦੇ ਆ ਜੀ, ਅਫਗਾਨਿਸਤਾਨ ਦੇ ਵਿੱਚ ਜਿਹੜੀ 1990 ਦੇ ਵਿੱਚ ਤਾਲਿਬਾਨ ਆਏ ਸੀਗੇ ਉਹ ਰੂੜੀਵਾਦੀ ਸਨ ਜੀ, ਉਹ ਬੁੱਢੇ ਚਿਹਰੇ ਸਨ। ਉਹਨਾਂ ਨੇ ਅੱਜ ਦੀ ਗੱਲ ਦਾ ਪਤਾ ਨਹੀਂ ਸੀ। ਉਹ ਕਹਿੰਦੇ ਅਸੀਂ ਜੋ ਕਹਿੰਦੇ ਉਹ ਹੋਊਗਾ। ਉਹਨਾਂ ਜਿਹੜੇ ਨਵੀਂ ਪਨੀਰੀ ਆਈ ਉਹਨੇ ਕਿਹਾ ਨਹੀਂ, ਜੇ ਅਸੀਂ ਤਰੱਕੀ ਕਰਨੀ ਤੇ ਸਾਨੂੰ ਸਮਾਜ ਦੇ ਤੇ ਦੇਸ਼ ਦੇ ਤੇ ਦੁਨੀਆ ਦੇ ਹਾਣ ਦਾ ਬਣਨਾ ਪਊ ਜੀ। ਇਸ ਕਰਕੇ ਉਹਨਾਂ ਪਹਿਲਾਂ ਗੱਲ ਕੀਤੀ ਵੀ ਅਫਗਾਨਿਸਤਾਨ ਦੀ ਮਿੱਟੀ ਕਿਸੇ ਦੇ ਵਿਰੁੱਧ ਕੋਈ ਸਾਜ਼ਿਸ਼ ਰਚਨ ਦੀ ਨੀਤੀ ਤਹਿਤ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ। ਦੂਜਾ ਉਹਨਾਂ ਕਿਹਾ ਵਿਦੇਸ਼ੀ ਦੂਤਾਵਾਸ ਦੀ ਸੁਰੱਖਿਆ ਜਿਹੜੀ ਤਾਲਿਬਾਨ ਲਈ ਮਹੱਤਵਪੂਰਨ ਹੈ, ਦੂਤਾਵਾਸ ਪੂਰੀ ਤਰ੍ਹਾਂ ਸਖਤ ਰਹਿਣਗੇ। ਤੀਜਾ ਉਹਨਾਂ ਕਿਹਾ ਅਫਗਾਨਿਸਤਾਨ ਤੋਂ ਕਿਸੇ ਵੀ ਦੇਸ਼ ਨੂੰ ਕੋਈ ਖਤਰਾ ਨਹੀਂ ਹੋਵੇਗਾ। ਚੌਥਾ ਕਿਹਾ ਔਰਤਾਂ ਨੂੰ ਇਸਲਾਮ ਦੇ ਆਧਾਰ ਤੇ ਉਹਨਾਂ ਦੇ ਸਾਰੇ ਅਧਿਕਾਰ ਉਹਨਾਂ ਦੇ ਦੇਣ ਲਈ ਵਚਨਬੱਧ ਆ। ਔਰਤਾਂ ਸਿਹਤ ਤੇ ਹੋਰ ਖੇਤਰਾਂ ਵਿੱਚ ਕੰਮ ਕਰ ਸਕਦੀਆਂ ਹਨ ਜਿੱਥੇ ਉਹਨਾਂ ਦੀ ਜ਼ਰੂਰਤ ਹੈ। ਔਰਤ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਸਾਰੇ ਮੀਡੀਆ ਅਦਾਰੇ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਤੇ ਕੋਈ ਵੀ ਗਤੀਵਿਧੀ ਇਸਲਾਮ ਦੇ ਉਲਟ ਨਹੀਂ ਹੋਣੀ ਚਾਹੀਦੀ। ਮੀਡੀਆ ਨਿਰਪੱਖ ਭੂਮਿਕਾ ਨਿਭਾਏ।
ਸਾਰਿਆਂ ਨੂੰ ਮੁਆਫ ਕਰ ਦਿੱਤਾ ਗਿਆ। ਸਭ ਦੇ ਜਿੰਨੇ ਵੀ ਪਿੱਛੇ ਜਿਹੜੀਆਂ ਸੀ ਤੁਹਾਡੀਆਂ ਵਿਦੇਸ਼ੀ ਸਰਕਾਰਾਂ ਸੀ, ਕੋਈ ਆਰਮੀ 'ਚ ਭਰਤੀ ਹੋਇਆ ਸੀ, ਕਿਤੇ ਹੋਇਆ ਸੀ, ਕੋਈ CID ਸੀ, ਜਿਨ੍ਹਾਂ ਤਾਲਿਬਾਨ ਦੀ ਇਨਕੁਆਇਰੀ ਕੀਤੀ ਜਾਂ ਲੜਦੇ ਰਹੇ ਤਾਲਿਬਾਨ, ਸਾਰਿਆਂ ਨੂੰ ਮਾਫ ਕਰਤਾ ਉਹਨੂੰ। ਕਿਸੇ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾਊਗਾ। ਤੇ ਉਹਨਾਂ ਕਿਉਂ, ਉਹਨਾਂ ਦਾ ਸੱਜਣੇ ਭਾਵੇਂ ਉਹ ਸਰਕਾਰੀ ਸੀ, ਵਿਦੇਸ਼ੀ ਤਾਕਤਾਂ ਦਾ ਸੰਬੰਧ ਸੀ, ਕੋਈ ਹੋਰ ਕਰਮਚਾਰੀ ਸੀ, ਸਾਬਕਾ ਫੌਜੀ ਸੀ, ਜਿਹੜੇ ਵੀ ਹੈਗੇ ਸਾਰਿਆਂ ਦਾ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ। ਉਹ ਕਹਿੰਦੇ ਅਫਗਾਨਿਸਤਾਨ ਰਹਿਣ ਵਾਲੇ ਵਿਅਕਤੀ ਨੂੰ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ, ਕੋਈ ਵੀ ਤੁਹਾਡੇ ਤੇ ਦਸਤਕ ਲਾ ਕੇ ਨਹੀਂ ਦੇਵੇਗਾ, ਕੋਈ ਵੀ ਕਿਸੇ ਨੂੰ ਅਗਵਾ ਨਹੀਂ ਕਰ ਸਕੇਗਾ, ਕੋਈ ਵੀ ਕਿਸੇ ਦੀ ਜਾਨ ਨਹੀਂ ਲੈ ਸਕੇਗਾ। ਸੁਰੱਖਿਆ ਲਗਾਤਾਰ ਵਧਾਈ ਜਾਵੇਗੀ ਜੀ, ਦੇਸ਼ ਦੀ ਅਰਥ ਵਿਵਸਥਾ ਅਤੇ ਜੀਵਨ ਪੱਧਰ ਤੇ ਲਗਾਤਾਰ ਸੁਧਾਰ ਹੋਵੇਗਾ ਤੇ ਤਾਲਿਬਾਨ ਦੀ ਤਰਜੀਹ ਰਹੇਗੀ ਕਾਨੂੰਨ ਵਿਵਸਥਾ ਬਣਾਉਣਾ ਤੇ ਇਸ ਤੋਂ ਬਾਅਦ ਲੋਕਾਂ ਨੂੰ ਸ਼ਾਂਤਮਈ ਰਹਿਣ ਦੀ ਜਿਹੜੀ ਸੀ ਉਹ ਵਿਵਸਥਾ ਕਰਨਾ ਜੀ। ਇਹ 10 ਜਿਹੜੀਆਂ ਸੀ ਉਹਨਾਂ ਨੇ ਅੱਜ ਜਿਹੜੇ ਡਿਕਲੇਅਰ ਕੀਤੀਆਂ ਆਪਣੀਆਂ, ਅਸੀਂ ਸੋਚਦੇ ਵੀ ਬਹੁਤ ਚੰਗੀ ਗੱਲ ਕੀਤੀ ਉਹਨਾਂ ਨੇ। ਇਹ ਇੱਕ ਸਮਾਜ ਦੀ ਲੋੜ ਸੀ। ਜਿਹੜੇ ਉਦੋਂ ਕਹਿੰਦੇ ਸੀ ਤਾਲਿਬਾਨ ਵੀ ਵੇਖੋ ਜੀ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦੇਣਾ, ਮਰਦ ਤੋਂ ਬਗੈਰ ਕੋਈ ਔਰਤ ਬਾਹਰ ਨਿਕਲ ਨਹੀਂ ਸਕਦੀ, ਹਜ਼ਾਬ ਪਾ ਕੇ ਨਿਕਲੇ, ਬੁਰਕਾ ਪਾ ਕੇ ਨਿਕਲੇ, ਬਿਲਕੁਲ ਨਹੀਂ ਨਿਕਲ ਦੇਣਾ। ਲੇਕਿਨ ਅਫਸੋਸ ਮੈਨੂੰ ਇੱਕ ਗੱਲ ਦਾ ਹੁੰਦਾ ਹੈ, ਅਫਸੋਸ ਇਸ ਗੱਲ ਦਾ, ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਰਹਿ ਗਿਆ 30 ਸਾਲ ਤੋਂ ਰਿਹਾ ਅਫਗਾਨਿਸਤਾਨ ਤੋਂ, ਉਹਨਾਂ ਦੇ ਇੱਕ ਦੋ ਬੱਚੇ ਵੀ ਇੱਥੇ ਹੋਏ ਆ। ਹਿੰਦੁਸਤਾਨ ਸਰਕਾਰ ਨੇ ਜਿਹੜੇ ਬੱਚੇ ਇੱਥੇ ਪੈਦਾ ਹੋਏ ਆ ਉਹਨਾਂ ਨੂੰ ਵੀ ਅਜੇ ਤੱਕ ਸਿਟੀਜ਼ਨਸ਼ਿਪ ਨਹੀਂ ਦਿੱਤੀ। 30 ਸਾਲ ਤੋਂ ਰਹਿ ਰਹੇ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ। ਅੰਮ੍ਰਿਤਸਰ 'ਚ ਆਪਣੀ ਕਮਾਈ ਖਾਂਦੇ, ਕੋਈ ਰਿਫਿਊਜੀ ਕੇਸ ਨਹੀਂ ਮੰਗਦੇ, ਕੋਈ ਸਹਾਇਤਾ ਨਹੀਂ ਮੰਗਦੇ, ਕਹਿੰਦੇ ਅਸੀਂ ਮਿਹਨਤ ਕਰਦੇ ਰੋਟੀ ਖਾਂਦੇ ਆ। ਹੁਣ ਉਹਨਾਂ ਦੇ ਘਰ ਅੱਜ ਐਫਰ ਗਏ ਆ, ਫੋਰਨ ਮਿਨਿਸਟਰੀ ਵਾਲੇ ਗਏ ਨੇ, ਉਹਨਾਂ ਨੇ ਕਿਹਾ ਜੀ ਆਪਣੇ ਪਾਸਪੋਰਟ ਰਿਨਿਊ ਕਰਾਓ। ਉਹ ਕਹਿੰਦੇ ਜੀ ਪਾਸਪੋਰਟ ਰਿਨਿਊ ਕਰਨ ਵਾਸਤੇ ਸਾਨੂੰ ਜਾਣਾ ਪਹਿਲਾਂ ਕਾਬਲ ਦੇ ਵਿੱਚ, ਤੇ ਕਾਬਲ 'ਚ ਹਾਲਾਤ ਠੀਕ ਨਹੀਂ, ਅਸੀਂ ਕਿਵੇਂ ਜਾਈਏ ਜੀ, ਅਸੀਂ ਕਿਵੇਂ ਜਾਈਏ? ਉਹ ਤੇ ਜ਼ੋਰ ਪਾ ਰਹੇ ਉਹਨਾਂ ਨੂੰ, ਜਾਂ ਫੜ ਕੇ ਅੰਦਰ ਦੇ ਦਿਆਂਗੇ ਤੁਹਾਨੂੰ ਅਸੀਂ। ਇੱਕ ਪਾਸੇ ਤੇ ਉੱਥੋਂ ਜਿਹੜੇ ਬੈਠੇ ਸਾਡੇ ਪਰਿਵਾਰ 270 ਪਰਿਵਾਰ ਸਿੱਖ ਤੇ 50 ਹਿੰਦੂ ਨੂੰ ਲੈ ਕੇ ਕਹਿੰਦੇ ਇੱਥੇ ਵਸਾਉਣਾ ਅਸੀਂ, ਤੇ ਜਿਹੜੇ ਪਹਿਲਾਂ ਵਸੇ ਆ ਉਹਨਾਂ ਨੂੰ ਨਿਯਮਾਂ ਅਨੁਸਾਰ ਨਾਗਰਿਕਤਾ ਦਿੱਤੀ ਗਈ, ਜਦੋਂ ਕਿ 7 ਸਾਲ ਪੂਰੇ ਹੋਣ ਤੇ ਨਾਗਰਿਕਤਾ ਦਿੱਤੀ ਜਾ ਸਕਦੀ ਆ। 30 ਸਾਲ ਹੋ ਗਏ ਨਾਗਰਿਕਤਾ ਦਿੱਤੀ, ਜੇ ਰੋਂਡ ਹੈ ਅੱਜ ਵੀ ਕੀ ਕਰੀਏ ਅਸੀਂ, ਕਿਹੜੇ ਖੁਜ ਪੈ ਜਾਈਏ ਅਸੀਂ? ਇਸ ਕਰਕੇ ਜਿਹੜੇ ਵੀਰ ਬੈਠੇ ਉੱਥੇ, ਜੇ ਤਾਲਿਬਾਨ ਤੁਹਾਨੂੰ ਦਿੰਦੇ ਆ ਇਸ਼ਾਦੀ ਵੀ ਤੁਹਾਡਾ ਕੋਈ ਵਿਗਾੜੇਗਾ ਨਹੀਂ, ਤੁਹਾਡਾ ਕੋਈ ਨੁਕਸਾਨ ਨਹੀਂ ਕਰੇ, ਤੇ ਬੈਠੇ ਨੂੰ ਚੁੱਪ ਕਰਕੇ ਇੱਥੇ ਆਵੇ ਜੇ, ਜਾਂ ਕਿਸੇ ਹੋਰ ਕੰਟਰੀ ਬੰਦੋਬਸਤ ਕਰ ਲਓ ਜਾਣਾ ਤੁਸੀਂ ਤੇ ਜੀ। ਸਭ ਤੋਂ ਵੱਡੀ ਜੀ ਜਿਹੜੇ ਲੋਕ ਬੈਠੇ ਨੇ ਅਫਗਾਨਿਸਤਾਨ ਦੇ ਵਿੱਚ, 1947 ਦੇ ਵਿੱਚ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੇ ਪਸ਼ਾਵਰ ਦੇ ਨਾਲ ਜਿਹੜੇ ਬੈਠੇ ਸੀ ਸਿੱਖ ਬਹੁਤ ਸਾਰੇ, ਉਹ ਉੱਠ ਕੇ ਜਿਹੜੇ ਸੀ ਉਹ ਅਫਗਾਨਿਸਤਾਨ ਚਲੇ ਗਏ ਜੀ। ਪੇਜ ਇਸ ਤਰ੍ਹਾਂ ਕੋਈ ਨਹੀਂ ਹੈਗਾ, ਬੇਸਿਕਲੀ ਨਾਗਰਿਕ ਕੋ ਪਾਕਿਸਤਾਨ ਦੇ ਆ ਤੇ ਪਾਕਿਸਤਾਨ ਨੂੰ ਨਾਗਰਿਕ ਦਾ ਫਿਕਰ ਕੋਈ ਨਹੀਂ ਹੈਗਾ। ਸਾਡੀ ਗਵਰਨਮੈਂਟ ਕਹੀ ਜਾ ਰਹੀ ਹੈ, ਲੇਕਿਨ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਲਿਆਓ ਤੇ ਆ ਜਿਹੜੇ ਪੁਰਾਣੇ ਕੇਸ ਆ ਇਹ ਵੀ ਵਿਚਾਰੋ ਤੇ ਇਹਨਾਂ ਨੂੰ ਨਾਗਰਿਕਤਾ ਦਿਓ, ਤਾਂ ਕਿ ਆਪਣੀ ਜ਼ਿੰਦਗੀ ਜਿਹੜੀ ਆ ਉਹ ਰਸਮ ਨਹੀਂ ਜੀ ਸਕਣ ਜੀ। ਬਿਲਕੁਲ ਜੀ, ਪਿੱਛੇ ਜੇ ਕਿਹਾ ਸੀ ਕਿ ਜਦੋਂ ਪੰਜਾਬ ਕੈਲੀਫੋਰਨੀਆ ਵਰਗਾ ਬਣ ਗਿਆ ਤੇ ਫਿਰ ਕੈਨੇਡਾ ਵਾਲਿਆਂ ਨੇ ਵੀ ਆ ਕੇ ਇੱਥੇ ਸਿਟੀਜ਼ਨ ਜਿਹੜੇ ਕੈਨੇਡਾ ਦੇ ਬਣੇ ਹੋਏ ਆ ਉਹਨਾਂ ਨੇ ਆ ਕੇ ਵੀ ਸਾਤੋਂ ਸਿਟੀਜ਼ਨਸ਼ਿਪ ਮੰਗਣੀ ਆ। ਸ਼ਾਇਦ ਹਲੇ ਕੋਸ਼ਿਸ਼ ਹੋ ਰਹੀ ਆ ਕੈਲੀਫੋਰਨੀਆ ਬਣਾਉਣ ਦੀ। ਤੇ ਆ ਕਿਹੜੇ ਭਾਜਪਾਈ ਆ ਜਿਨ੍ਹਾਂ ਨੇ ਡੇਰਾ ਲਾ ਲਿਆ ਕਿਸੇ ਦੇ ਘਰ ਦੇ ਅੱਗੇ ਜਾ ਕੇ, ਕਹਿੰਦੇ ਵੀ ਜਾ ਕੇ ਦਿਖਾੜ ਸਾਨੂੰ ਅਕਾਲੀ ਦਲ 'ਚ? ਅਨਿਲ ਜੋਸ਼ੀ, ਅਨਿਲ ਜੋਸ਼ੀ ਜਿਹਨੂੰ ਭਾਜਪਾ ਵਾਲਿਆਂ ਨੇ 6 ਸਾਲ ਲਈ ਬਰਖਾਸਤ ਕਰ ਦਿੱਤਾ। 20 ਤਰੀਕ ਨੂੰ ਫੁੱਲ ਤਿਆਰੀ ਹੋ ਗਈ ਆ। ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਜਨਤਾ ਇਕੱਠੀ ਕਰਕੇ ਉਹ ਆਪਣੇ ਸਾਥੀਆਂ ਸਮੇਤ ਜਿਹੜੇ ਆ ਉਹ ਸ਼ਾਮਲ ਹੋਣਗੇ ਅਕਾਲੀ ਦਲ 'ਚ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜੁਆਇਨ ਕਰਾਉਣਗੇ। ਫਿਰ ਅੱਜ ਹੈਗੇ ਨੇ ਸ਼੍ਰੀ ਅਨਿਲ ਜੋਸ਼ੀ ਜੀ, ਫਿਰ ਜਥੇਦਾਰ ਅਨਿਲ ਜੋਸ਼ੀ ਜੀ ਬਣ ਜਾਣਗੇ। ਭਾਵੇਂ ਮੂੰਹ ਤੇ ਦਾੜੀ ਨਹੀਂ, ਸਿਰ ਤੇ ਵਾਲ ਨਹੀਂ, ਪੱਗ ਨਹੀਂ, ਉਹ ਜਥੇ ਬਣ ਜਾਣਗੇ। ਕੋਈ ਸਾਡੇ ਨਰਿੰਦਰ ਜੈਨ ਸੀ MLA ਸਾਹਿਬ ਜੁੜੇ ਗਏ, ਕਾਂਗਰਸ ਦੇ ਸੀ, ਉਹਨਾਂ ਦੇ ਦਬਕਾ ਮਾਰੇ, ਵੀਰ ਬਾਦਲ ਨੇ ਰਿਜ਼ਾਈਨ ਕਰਾ ਕੇ ਮੁੜ ਕੇ ਦੁਬਾਰਾ ਬਾਈ ਇਲੈਕਸ਼ਨ ਕਰਾਈ ਤੇ ਉਹ ਟਿਕਟ ਅਕਾਲੀ ਦਲ ਨੂੰ ਲੱਗੀ।
ਤੇ MLA ਬਣ ਗਏ ਫਿਰ ਦੁਬਾਰਾ, ਤੇ ਉਹਨਾਂ ਨੂੰ ਸੰਗਤ ਮਿਲਣ ਗਈ ਕੁਛ, ਕਹਿੰਦੇ ਜੀ ਅਸੀਂ ਮਿਲਣਾ ਜੈਨ ਸਾਹਿਬ ਨੂੰ। ਉਹਨਾਂ ਦਾ PA ਬੜੇ ਸ਼ਾਨ ਨਾਲ ਕਹਿੰਦਾ ਕਿ ਠੋਕ ਕੇ, ਬੈਠੋ ਸਰਦਾਰ ਜੀ, ਬੈਠੋ ਬੈਠੋ, ਜਥੇਦਾਰ ਸਾਹਿਬ ਸ਼ੇਵ ਕਰ ਰਹੇ ਨੇ, ਆ ਜਾਂਦੇ ਹੋਣੇ ਬਾਹਰ, ਕੋਈ ਗੱਲ। ਹੁਣ ਤੁਸੀਂ ਇਹ ਦੱਸੋ ਵੀ ਇਹ ਜਥੇਦਾਰ ਨੇ ਕਿ ਕੀ ਆ। ਚਲੋ ਖੈਰ ਇਹ ਅਕਾਲੀ ਦਲ ਦਾ ਆਪਣਾ ਅੰਦਰੂਨੀ ਮਾਮਲਾ ਸੀ ਕਿ ਕਿਹੜਾ ਇਸ ਗੱਲ ਨੂੰ ਜੀ। ਉਹ ਵੀ ਬੋਲੇ ਸੀ ਇਹਨਾਂ ਦੇ ਕਿਸਾਨਾਂ ਦੇ ਹੱਕ 'ਚ ਵੀ ਕਿਸਾਨਾਂ ਦੀਆਂ ਮੰਗਾਂ ਜਾਇਜ਼, ਇਹ ਮੰਨ ਲੈਣੀ ਚਾਹੀਦੀ ਆ। ਅਨਿਲ ਜੋਸ਼ੀ ਨੇ 2 ਵਾਰੀ ਜਾ ਕੇ ਰਿਜੈਕਟ 'ਚ ਰੌਲਾ ਪਾਇਆ ਸੀ, ਮੁੜ ਕੇ ਓਪਨਲੀ ਉਹ ਬੋਲਿਆ ਸਰਕਾਰ BJP ਦੇ ਖਿਲਾਫ, ਤੇ ਉਹਨੂੰ 6 ਸਾਲ ਲਈ ਕੱਢ ਦਿੱਤਾ। ਕੇਡੀ ਭੰਗਾਰੀ, ਸੁਖਬਾਰ ਨੰਨੂ, ਸ਼ਾਹੀ ਮਾਸਟਰ ਮੋਲ ਚੰਗੇ ਤਗੜੇ ਆਗੂ ਨੇ ਪੰਜਾਬ ਦੇ ਵਿੱਚ ਇਹਨਾਂ ਦੇ, ਇਹ ਸਾਰੇ ਇੱਕ ਇੱਕ ਕਰਕੇ ਕਲਰ ਜੁਆਇਨ ਕਰ ਰਹੇ ਜੀ। ਹੁਣ ਜੋਸ਼ੀ ਆ ਰਿਹਾ ਵਾ, ਅਨਿਲ ਜੋਸ਼ੀ ਨੇ ਕੇਡੀ ਭੰਗਾਰੀ ਦੇ ਬਾਰੇ ਚਰਚਾ ਸੀਗੀ, ਤੇ ਹੁਣ BJP ਵਾਲੇ ਦੇ ਘਰ ਜਾ ਕੇ ਬਹਿ ਕੇ ਵੀ ਨਹੀਂ ਭਾਈ ਤੂੰ ਨਹੀਂ ਜਾਣਾ, ਤੂੰ ਸਾਡਾ ਬੰਦਾ ਵਾ, ਸਾਡੇ ਨਾਲ ਰਹੋ, ਤੈਨੂੰ ਨਹੀਂ ਜਾਣ ਦੇਣਾ ਅਸੀਂ। ਸੁਖਪਾਲ ਸਿੰਘ ਨੰਨੂ ਜਿਹੜਾ ਹੈਗਾ ਫਿਰੋਜ਼ਪੁਰ ਤੋਂ, ਉਹਦੀ ਵੀ ਪੋਸੀਬਿਲਿਟੀ ਆ, ਕਿਆਸ ਰਹੀਆਂ ਨੇ, ਚਰਚਾਵਾਂ ਨੇ ਵੀ ਉਹ ਵੀ ਸ਼ਾਮਲ ਹੋ ਸਕਦਾ। ਮਾਸਟਰ ਮੋਹਨ ਨਾਲ ਪੁਰਾਣਾ ਆਗੂ ਇਹਨਾਂ ਦਾ ਜੀ, ਬੜਾ RS ਦਾ ਵਰਕਰ ਆ, ਉਹ ਵੀ ਉਸਲੇ ਵੱਟੇ ਲੈ ਰਿਹਾ ਵੀ ਮੈਂ ਜਾ ਕੇ ਕਿਸੇ ਤਰੀਕੇ ਨਾਲ ਅਕਾਲੀ ਦਲ ਸ਼ਾਮਲ ਹੋ ਜਾ, ਵੀ ਮੈਨੂੰ ਇਹਨੇ ਖੁੱਡੇ ਨਾਲ ਲਾਤਾ ਸ਼ਰੀਕ ਪਾਰ ਨੇ ਆ ਕੇ ਜੀ। ਇਸ ਕਰਕੇ ਅਕਾਲੀ ਦਲ ਨੂੰ ਜੇ ਇਹੋ ਜਿਹੇ ਆਗੂ ਮਿਲ ਜਾਂਦੇ ਆ ਤੇ ਇੱਕ ਜਥੇਦਾਰ ਨਵੀਂ ਕਿਸਮ, ਨਵੀਂ ਪਨੀਰੀ ਜਿਹੜੀ ਆ ਹੋਰ ਪੈਦਾ ਹੋਏਗੀ। ਉਹਨੂੰ ਟਿਕਟ ਮਿਲਦੀ ਕਿ ਨਹੀਂ ਮਿਲਦੀ ਉੱਤੇ ਬਾਅਦ ਦੀ ਗੱਲ ਆ। ਲੇਕਿਨ ਇਹ ਜਿਹੜੀ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਦਾ ਤੇ ਕੁੰਵਰ ਵਿਜੇ ਪ੍ਰਤਾਪ, ਜਿਨ੍ਹਾਂ ਦਾ ਮੈਂ ਹੁਣ ਨਾਂ ਨਹੀਂ ਲੈਣਾ, ਇੱਟ ਕੁੱਤੇ ਦੀ ਗੱਲ ਕਰਦੇ ਹੁੰਦੇ ਆ, ਉਹਨਾਂ ਦਾ ਵੈਰ ਆ, ਇਹਨਾਂ ਦੋਵਾਂ ਦੀ ਟੱਕਰ ਹੋਏਗੀ ਜੀ। ਬਿਲਕੁਲ, ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਇੱਟ ਕਿਹੜੀ ਆ ਤੇ ਉਹ ਕਿਹੜਾ ਆ, ਬਾਕੀ ਡੈਸ਼ ਡੈਸ਼ ਛੱਡਦਾ। ਅੱਛਾ ਪੱਟੀ ਸਾਹਿਬ, ਲੋਕੀ ਤੇ ਚੰਦ ਤੇ ਪਹੁੰਚ ਗਏ ਆ ਕਿਹੜੇ ਪਿੰਡ ਦੀ ਗੱਲ ਆ ਜਿੱਥੇ ਇੱਕ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਪਿੰਡ ਨੇ ਕਿਸੇ ਜਾਦੂ ਟੂਣੇ ਕਰਕੇ? ਇਹ ਪਿੰਡ ਜੀ ਬਿਲਕੁਲ ਜਿੱਥੇ 2 ਤਖਤਾਂ ਦੇ ਜਥੇਦਾਰ ਰਹਿੰਦੇ ਨੇ। ਅੱਛਾ ਜੀ। ਮਿਰਜ਼ਿਆਣਾ ਪਿੰਡ ਆ, ਥੋੜੀ ਦੂਰ ਤੇ ਤਖਤ ਹੋਏਗਾ, 2 ਤਖਤਾਂ ਦੇ ਜਥੇਦਾਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ, ਤੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਜੀ। ਉਸ ਪਿੰਡ ਦੇ ਵਿੱਚ ਮੂੰਹ ਖੁਰਦੀ ਡੰਗਰਾਂ ਨੂੰ ਬਿਮਾਰੀ ਪੈ ਗਈ। ਅੱਛਾ, ਡੰਗਰਾਂ ਨੂੰ ਮੂੰਹ ਖੋਰੀ ਦੀ ਬਿਮਾਰੀ ਹੈ, ਠੀਕ ਹੈ। ਉਹ ਬਿਮਾਰੀ ਪੈਣ ਕਰਕੇ ਡਾਕਟਰ ਨੇ ਇਲਾਜ ਕੀਤਾ ਤੇ ਮੂੰਹ ਖੁਰਦੀ ਬਿਮਾਰੀ ਜਿਹੜੀ ਆ ਉਸ ਦਾ ਸਮਾਂ ਲੈਂਦੀ ਹੈ, ਟੀਕੇ ਟੂਕੇ ਲੱਗ ਜਾਂਦੇ ਆ। ਆਮ ਤੌਰ ਤੇ ਅਸੀਂ ਜਿਹੜਾ ਉਹ ਇੱਕ ਪਾਣੀ ਹੁੰਦਾ, ਦਵਾਈ ਹੁੰਦੀ, ਭੁੱਲ ਗਈ ਮੈਨੂੰ, ਅਸੀਂ ਪਾਉਂਦੇ ਰਹੇ ਡੰਗਰਾਂ ਦੇ ਪੈਰਾਂ ਤੇ ਪਾਉਂਦੇ ਰਹੇ ਜੀ, ਉਹਨਾਂ ਦੇ ਮੂੰਹ ਦੇ ਵਿੱਚ ਹੱਥ ਫੇਰਦੇ ਰਹੇ ਜੀ ਵੀ ਇਹਨਾਂ ਦੇ ਛਾਲੇ ਛੂਲੇ ਜਿਹੜੇ ਪੈ ਠੀਕ ਹੋ ਜਾਣ। ਉਹ ਸਮਾਂ ਲੱਗਦਾ, 2-3 ਦਿਨ ਲੱਗ ਜਾਂਦੇ ਘੱਟੋ ਘੱਟ ਠੀਕ ਹੋਣ। ਹੁਣ ਪਿੰਡ ਵਾਲਿਆਂ ਸੋਚਿਆ ਵੀ ਦਵਾਈ ਦੇਤੀ ਤੇ ਇੱਧਰ ਠੀਕ ਹੋ ਜਾਣ, ਠੀਕ ਨਹੀਂ ਹੋਏ। ਉਹ ਮਲੇਰਕੋਟਲੇ ਕਿਸੇ ਸਿਆਣੇ ਕੋਲ ਗਏ, ਬਾਬਾ ਜੀ ਸਾਡੇ ਤੇ ਡੰਗਰਾਂ ਦੀ ਇੰਨੀ ਬਿਮਾਰੀ ਵੀ ਹੈ, ਸੋਚੋ, ਕਹਿੰਦਾ ਮੈਂ ਟੂਣਾ ਕਰ ਦੇਣਾ, ਗੱਲ ਹੀ ਕੋਈ ਨਹੀਂ ਜੀ। ਜੇ ਟੂਣਾ ਕਰਤਾ, ਉਹਨਾਂ ਨੂੰ ਬਰਜਿੰਦਰ ਕੌਰ ਨਹੀਂ ਦੱਸੀ ਜਾਂਦੀ ਤੇ ਪਤਾ ਦੱਸਦੀ ਬਾਬੇ ਨੂੰ ਇੱਥੇ ਕੌਣ ਕਿਵੇਂ ਤੋਲਦੀ ਹੈ। ਮੇਰੀ ਬਣਦੀ ਨਹੀਂ ਨਾ ਟੂਣਾ ਕਰਨ ਵਾਲਿਆਂ ਨੇ ਕਹਿੰਦਾ ਬਰਜਿੰਦਰ ਕੌਰ ਦੱਸ ਦਿੰਦੀ ਵੀ ਕੀ ਬਾਤ ਤੋਲਦੀ ਜੀ ਜੀ। ਬਾਬਾ ਜੀ ਨੇ ਟੂਣਾ ਕਰਤਾ ਤੇ ਬਾਬਾ ਜੀ ਨੇ ਇੰਨੀ ਗੱਲ ਕਹਿਤੀ ਵੀ ਟੂਣਾ ਕਰ ਦਿੱਤਾ ਵਾ। ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਰਾਤ ਦੇ 10 ਵਜੇ ਤੋਂ ਬਾਅਦ ਕੋਈ ਲਾਈਟ ਨਹੀਂ ਜਗਾਉਣੀ। ਅੱਛਾ ਜੀ। ਦੂਸਰੀ ਗੱਲ ਇਹ ਆ ਵੀ 10 ਵਜੇ ਤੋਂ ਬਾਅਦ ਤੁਸੀਂ ਆਪਣੇ ਬੂਹੇ ਖੁੱਲੇ ਰੱਖਣੇ ਤੇ ਘਰੋਂ ਬਾਹਰ ਨਹੀਂ ਨਿਕਲਣਾ ਜੀ। ਇਹ ਅੰਮ੍ਰਿਤਧਾਰੀ ਪਰਿਵਾਰ ਇਹ ਕਹਿੰਦਾ ਜੀ ਵੇਖੋ ਜੀ ਅਸੀਂ ਇਸ ਚ ਯਕੀਨ ਨਹੀਂ ਰੱਖਦੇ, ਸਾਡਾ ਤੇ ਗੁਰੂ ਗ੍ਰੰਥ ਸਾਹਿਬ ਯਕੀਨ, ਸਾਡਾ ਗੁਰੂ ਇਹੋ ਜਿਹੀ ਸਾਨੂੰ ਦੱਸਦਾ ਹੀ ਨਹੀਂ ਗਾ, ਅਸੀਂ ਤਾਂ ਰੱਬ ਦੇ ਯਕੀਨ ਰੱਖਣ ਵਾਲੇ ਬੰਦੇ ਆ। ਬਿਲਕੁਲ ਜੀ। ਇਸ ਕਰਕੇ ਸਾਡਾ ਇਹਨਾਂ ਤੋਂ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਨੇ ਕੀ ਕੀਤਾ, ਨਾ ਬੂਹੇ ਖੁੱਲੇ ਰੱਖੇ, 10 ਵਜੇ ਤੋਂ ਬਾਅਦ ਘਰੋਂ ਵੀ ਬਾਹਰ ਆਏ, ਉਹਨਾਂ ਨੇ ਆਪਣੀ ਦੀਵੇ ਵੀ ਜਗਾਏ ਤੇ ਪਿੰਡ ਸਾਰਾ ਦੁਆਲੇ ਹੋ ਗਏ ਉਹਨਾਂ ਨੂੰ ਵੀ ਇਹ ਪਰਿਵਾਰ ਜਿਹੜਾ ਇਹ ਪਿੰਡ ਦਾ ਵੈਦ ਵਿਚਰ ਨਹੀਂ, ਇਹ ਪਿੰਡ ਦਾ ਦੋਖੀ ਆ, ਇਹ ਪਿੰਡ ਚ ਬਿਮਾਰੀ ਨਹੀਂ ਜਾਣ ਦਿੰਦਾ, ਇਸ ਕਰਕੇ ਇਹਦਾ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਉਹ ਹੁਣ ਅਖਬਾਰਾਂ ਵਾਲੇ ਪਹੁੰਚ ਗਏ, ਉੱਥੇ ਵੀ ਦੱਸੋ ਜੀ ਕੀ ਗੱਲ। ਪਿੰਡ ਦੇ ਸਰਪੰਚ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਜੀ ਵੇਖੋ ਇਹ ਸਾਡਾ ਕੋਈ ਫੈਸਲਾ ਨਹੀਂ ਗਾ, ਇਹ ਫੈਸਲਾ ਸਿਰਫ ਤੇ ਸਿਰਫ ਕੁਝ ਲੋਕਾਂ ਦਾ ਹੈਗਾ, ਪੰਚਾਇਤ ਦਾ ਕੋਈ ਫੈਸਲਾ ਨਹੀਂ। ਅਸੀਂ ਵੀ ਕਹਿੰਦੇ ਢਕੋਚ ਆ, ਇਹ ਟੂਣੇ ਕੋਈ ਨਹੀਂ, ਕੁਛ ਨਹੀਂ ਕੰਮ ਕਰਦੇ,
ਡਾਕਟਰੀ ਇਲਾਜ ਸਾਨੂੰ ਡਾਕਟਰ ਦਾ ਕਰਾਉਣਾ ਚਾਹੀਦਾ। ਜੀ ਹੁਣ ਜਿਹੜੇ ਲੋਕਾਂ ਨੇ ਗੱਲ ਕੀਤੀ ਸੀ, ਮਾਮਲਾ ਥਾਣੇ ਵੀ ਜਾਣਾ ਸੀਗਾ, ਚਲੋ ਥਾਣੇ ਨੂੰ ਆਮ ਚਲੇ ਗਿਆ। ਉਸ ਪਰਿਵਾਰ ਨੇ, ਅੰਮ੍ਰਿਤਧਾਰੀ ਪਰਿਵਾਰ ਨੇ ਇੱਕ ਪੱਤਰ ਜਿਹੜਾ ਜਥੇਦਾਰ ਅਕਾਲ ਤਖਤ ਨੂੰ ਲਿਖਿਆ, ਲੇਕਿਨ ਜਥੇਦਾਰ ਦਾ ਅਕਾਲ ਤਖਤ ਦਾ ਅਜੇ ਤੱਕ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਉਹ ਬਿਜ਼ੀ ਬਹੁਤ ਰਹਿੰਦੇ, ਇਦਾਂ ਦੇ ਪੱਤਰ ਉਹਨਾਂ ਦੀ ਨਿਗਾਹ 'ਚ ਘੱਟ ਆਉਂਦੇ ਆ। ਬਿਲਕੁਲ ਠੀਕ ਤੁਸੀਂ ਕਿਹਾ ਜੀ, ਬਿਲਕੁਲ ਠੀਕ ਹੈ। ਉਹ ਨਾ ਬਿਨਾਂ ਕੰਮ ਤੋਂ ਬਿਜੀ ਨੇ ਜੀ, ਕੋਈ ਕੰਮ ਨਹੀਂ, ਬਿਨਾਂ ਕੰਮ ਤੋਂ ਬਿਜੀ, ਕਿਉਂਕਿ ਉਹਨਾਂ ਦੇ ਨਾਲ 5-6 ਗਨਮੈਨ ਹੁੰਦੇ ਆ ਸਰਕਾਰੀ, ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਸਪਿਸਟੀਕੇਟਡ ਵੈਪਨਸ ਹੁੰਦੇ ਆ। ਅੱਗੇ ਹੁੱਟ ਵਾਲੀ ਗੱਡੀ ਵੱਜਦੀ ਹੁੰਦੀ ਆ, ਵਿਚਾਲੇ ਗੱਡੀ ਹੁੰਦੀ ਆ, ਪਿਛਲੇ ਵਿੱਚ ਇੱਕ ਗੱਡੀ ਹੁੰਦੀ ਇਹਨਾਂ ਦੀ ਆਪਣੇ ਦੀ SCPJ 8-12 ਦੀ, ਤੇ ਉਹ ਹੁੱਟ ਦੀ ਬਾਅਦ ਸੁਣਦਾ ਹੀ ਕੁਛ ਨਹੀਂ ਕਰ ਬੰਦਾ ਕੀ ਉੱਥੇ। ਪੱਟੀ ਸਾਹਿਬ, ਪੁਲਿਸ ਨੂੰ ਪਹੁੰਚਣਾ ਤਾਂ ਮਲੇਰਕੋਟਲੇ ਚਾਹੀਦਾ ਸੀ ਪਹਿਲਾਂ, ਉਹ ਬਾਬਾ ਫੜਨ ਦੇ ਲਈ ਵੀ ਭਾਈ ਤੂੰ ਡਾਕਟਰੀ ਕਿੱਥੋਂ ਕੀਤੀ ਸੀ ਟੂਣੇ ਦੇ ਨਾਲ ਮੂੰਹ ਖੋਰੀ ਦੀ ਬਿਮਾਰੀ ਠਾਉਣ ਦੀ, ਤੇ ਇਹ ਵਹਿਮ ਭਰਮ ਜਿਹੜੇ ਇਹਨਾਂ ਚੋਂ ਕੱਢਣ ਦੀ ਲੋੜ ਆ। ਉਹ ਬਾਬੇ ਨੂੰ ਪਹਿਲਾਂ ਪੁੱਛਣਾ ਸੀ ਵੀ ਕਿੱਥੋਂ ਮੈਡੀਕਲ ਕੀਤੀ ਹੈ, ਕਿੱਥੋਂ ਤੂੰ ਇਹ ਵੈਟਰਨਰੀ ਡਾਕਟਰ ਬਣ ਗਿਆ, ਕਦੋਂ ਦਾ ਬਣਿਆ ਹੈਗਾ, ਕਿਹੜੀ ਡਿਗਰੀ ਆ ਤੇਰੇ ਕੋਲ। ਤੇ ਜਿਹੜੀਆਂ ਮੁਦਰੀਆਂ ਸਾਡੇ ਪ੍ਰਧਾਨ ਜੀ ਨੇ ਪਾਈਆਂ ਨੇ 4 ਉਂਗਲਾਂ ਦੇ ਵਿੱਚ, ਉਹਨਾਂ ਨੇ ਕੀ ਕਰੋਗੇ? ਏਦੀ ਪੱਟੀ ਸਾਹਿਬ ਕਿਸੇ ਨੇ ਨਾ ਗਲ ਦੇ ਵਿੱਚ ਚੱਕਰ ਪਾਇਆ ਸੀ ਵੱਡਾ ਸਾਰਾ, ਤੇ ਉਹਦੇ ਵਿੱਚ ਕਾਫੀ ਸਾਰੇ ਨਗ ਸੀ, 8-10 ਹੋਣਗੇ, ਰਾਉਂਡ ਜਿਹਾ ਸਰਕਲ ਦਾ ਚੱਕਰ ਸੀ, ਤੇ ਉਹ ਹਮੇਸ਼ਾ ਆਪਣੀ ਸ਼ਰਟ ਦੇ ਅੰਦਰ ਰੱਖਦੇ ਸੀ। ਤੇ ਅਸੀਂ ਕਿਸੇ ਦੇ ਘਰੇ ਬੈਠੇ ਸੀ ਤੇ ਉਹ ਅਚਾਨਕ ਕੁਝ ਚੱਕਣ ਲੱਗੇ ਤੇ ਉਹ ਭਾਰਾ ਸੀ, ਉਹ ਗਲ ਚੋਂ ਬਾਹਰ ਆ ਗਿਆ, ਚੇਨ ਦੇ ਵਿੱਚ ਸੀ। ਤੇ ਮੈਂ ਉਹਨਾਂ ਨੂੰ ਨਾਲ ਹੀ ਪੁੱਛ ਲਿਆ, ਮੈਂ ਕਿਹਾ ਜੀ ਆ ਇੰਨੇ ਸਾਰੇ ਮੂੰਗੇ ਮੋਤੀ ਤੁਹਾਡੇ ਹਾਰ ਦੇ ਆ ਗਲ ਦੇ ਵਿੱਚ ਪਾਏ ਆ? ਕਹਿੰਦੇ ਮੈਨੂੰ ਪ੍ਰੋਟੈਕਟ ਕਰਦੇ ਸਾਰੇ ਗ੍ਰਹਿ ਆ। ਮੈਂ ਕਿਹਾ ਮੈਨੂੰ ਲੱਗਦਾ ਆਪਸ 'ਚ ਹੀ ਲੜਦੇ ਰਹਿੰਦੇ, ਬਣਿਆ ਜੁੜਿਆ ਤਾਂ ਤੇਰਾ ਹਾਲੇ ਕੱਖ ਨਹੀਂ, ਜਿਹੜੇ ਕੰਮ 'ਚ ਹੱਥ ਪਾਉਣਾ ਤੂੰ ਉੱਥੋਂ ਹੀ ਫੇਲ ਹੋ ਜਾਣਾ। ਇਹ ਮੈਂ ਕਿਹਾ ਇਹਨਾਂ ਨੇ ਕੁਛ ਨਹੀਂ ਕਰਨਾ, ਮਿਹਨਤ ਨਾਲ ਕੰਮ ਕਰ ਲਾ ਬਾਈ, ਉੱਥੇ ਹੀ ਤੇਰਾ ਕੁਛ ਬਣਨਾ। ਆ ਗਲ 'ਚ ਐਵੇਂ ਅੱਧਾ ਕਿਲੋ ਦਾ ਭਾਰ ਪਾਇਆ, ਇਹਨਾਂ ਨੇ ਕੱਖ ਨਹੀਂ ਕਰਨਾ। ਵੇਖੋ ਜੀ, ਧੰਨ ਨਿਰੰਕਾਰ ਕਹਿਣ ਨਾਲ ਗੁਰੂ ਪਾਤਸ਼ਾਹ ਨੇ ਜਿਹੜੇ ਸਾਧ ਜਿਹੜੇ ਸੀ ਅਸਮਾਨ ਉੱਤੇ ਸੁੱਟ ਦਿੱਤੇ ਸੀਗੇ ਜੀ, ਕਰਨਗੇ ਉੱਥੇ ਜੀ। ਤੁਸੀਂ ਇਹ ਜਿਹੜੇ ਸਾਡੇ ਨਵਜੋਤ ਸਿੰਘ ਸਿੱਧੂ ਆ ਜੀ, ਉਹਨਾਂ ਵੀ ਮਾਲ ਪਾਇਆ ਹੁੰਦਾ, ਕਿਸੇ ਨੂੰ ਵੀ ਖੋਲ ਕੇ ਵੇਖ ਲੋ ਚ ਵੀ ਨਿਕਲਦਾ। ਗਿੱਦੜ ਸਿੰਘ ਜੀ ਤਾਂ ਨਹੀਂ ਰੱਖੀ ਬੈਠੇ। ਅੱਛਾ ਪੱਟੀ ਸਾਹਿਬ ਛੱਡੋ ਤੁਸੀਂ, ਇਹ ਬਹੁਤ ਵੱਡਾ ਵਿਸ਼ਾ ਆ, ਮੇਰਾ ਫੇਵਰਟ ਆ, ਇਹਦੇ ਤੇ ਫੇਰ ਕਿਸੇ ਦਿਨ ਗੱਲਬਾਤ ਕਰਾਂਗੇ। ਆ ਤੁਸੀਂ ਦੱਸੋ ਵੀ ਆ ਕਿੱਥੇ ਦੀ ਗੱਲ ਆ, ਇੰਨਾ ਕਿਹੜਾ ਮੋਦੀ ਭਗਤ ਆ ਜਿਹਨੇ 1.5 ਕਰੋੜ ਲਾ ਕੇ ਮੰਦਿਰ ਬਣਾ ਕੇ ਤੇ ਉੱਥੇ ਮੋਦੀ ਸਾਹਿਬ ਦੀ ਮੂਰਤੀ ਰੱਖਣ ਦੀ ਪੂਜਾ ਕਰਨ ਦੇ ਲਈ? ਇਹ ਪੂਨੇ ਦੇ ਜੀ ਭਗਤ ਆ ਜੀ। ਅੱਛਾ ਜੀ। 1,60,000 ਲਾ ਕੇ ਬਕਾਇਦਾ ਤੌਰ ਤੇ ਮੋਦੀ ਮੰਦਿਰ ਬਣਾਇਆ ਉਹਨੇ। ਅੱਛਾ ਜੀ, ਮੋਦੀ ਮੰਦਿਰ ਬਣਾਇਆ। ਕਿਸੇ ਦੇਵਤੇ ਦਾ ਮੰਦਿਰ ਹੁੰਦਾ, ਕਿਸੇ ਮਾਤਾ ਦਾ ਮੰਦਿਰ ਹੁੰਦਾ, ਕਿਸੇ ਦਾ ਹੋਰ ਦਾ ਮੰਦਿਰ, ਮੋਦੀ ਮੰਦਿਰ ਬਣਾਇਆ ਤੇ ਉਹਦੀ ਪੂਜਾ ਕਰਨ ਵਾਸਤੇ ਬਕਾਇਦਾ ਤੌਰ ਤੇ ਮੋਦੀ ਦੀ ਮੂਰਤੀ ਬਣਾ ਕੇ ਲਾਈ ਆ। ਅੱਛਾ ਜੀ। ਤੇ ਸ਼ਰਧਾਲੂ ਇੰਨੇ ਕਿ ਸਿਆਣੇ, ਮੋਦੀ ਸਾਹਿਬ ਮੱਥਾ ਟਿੱਕੀ ਜਾਂਦੇ, ਉੱਥੇ ਪੈਸੇ ਚੜਾਈ ਜਾਂਦੇ ਆ ਤੇ ਕੰਮ ਚੱਲੀ ਜਾਂਦਾ ਜੀ ਉਹਦਾ ਵਿਚਾਰੇ ਦਾ। ਦਾਲ ਫੁਲਕਾ ਚੱਲਦਾ ਕਰ ਲਿਆ ਉਹਨੇ ਆਪਣਾ। ਇਹ ਭਗਤਾਂ ਦੀ ਮੋਦੀ ਸਾਹਿਬ ਨੂੰ ਸਖਤ ਲੋੜ ਆ। ਕੀ ਬਾਤ ਹੈ। ਓਲੰਪਿਕ ਦੇ ਵਿੱਚ ਜਿੱਤ ਕੇ ਆਵੇ, ਸਾਡਾ ਲੁੰਜਾ ਜਿੱਤ ਕੇ ਆਵੇ ਜਾਂ ਚੋਪੜਾ ਜਿੱਤ ਕੇ ਆਵੇ, ਤੇ ਫੋਟੋ ਮੋਦੀ ਸਾਹਿਬ ਦੀ ਲੱਗਦੀ ਹੈ ਜੀ। ਕੋਈ ਲੱਗੇ ਪੋਸਟਰ ਲੱਗੇ ਮੋਦੀ ਸਾਹਿਬ ਦੀ ਅੱਧੇ ਪੇਜ ਦੀ ਫੋਟੋ ਤੇ ਉਹਦੀ ਨੁੱਕਰ ਤੇ ਛੋਟੀ ਜੀ ਫੋਟੋ ਜਿੱਤ ਕੇ ਲਿਆ ਜੀ। ਇਹ ਗੱਲ ਹੈ। ਮੋਦੀ ਭਗਤ ਮੰਦਰ ਜਾਂਦੇ ਨੇ ਮੱਥਾ ਟੇਕਣ ਵਾਸਤੇ ਜੀ, ਟੇਕਦੇ ਆ, ਉਹਨੂੰ ਇਸ਼ਨਾਨ ਕਰਾਉਂਦੇ ਆ, ਬਕਾਇਦਾ ਤੌਰ ਤੇ ਉੱਥੇ ਕੱਚੀ ਲੱਸੀ ਚੜਾਉਂਦੇ ਆ। ਇਸ ਕਰਕੇ ਉਹਦੇ ਵਿਚਾਰੇ ਨੇ ਬੜੀ ਹਿੰਮਤ ਕੀਤੀ, 1,60,000 ਰੁਪਇਆ ਕੋਲੋਂ ਖਰਚ ਕਰਕੇ ਮੋਦੀ ਭਗਤ ਨੇ ਮੋਦੀ ਜੀ ਦਾ ਮੰਦਿਰ ਬਣਾਤਾ। ਅੱਜ ਤੋਂ 10 ਸਾਲ ਬਾਅਦ ਵੇਖਿਓ ਇੱਥੋਂ ਮੰਨਤਾ ਪੂਰੀਆਂ ਕਰਨੀ, ਮੋਦੀ ਜੀ ਦੇ ਮੰਦਿਰ ਜਾ ਕੇ ਮੰਗ ਬੰਨੀ ਸੀ, ਮੇਰੀ ਮੰਨਤਾ ਪੂਰੀ ਹੋ ਉੱਥੇ। ਥੈਂਕ ਯੂ ਪੱਟੀ ਸਾਹਿਬ, ਕੱਲ ਮਿਲਦੇ ਆ ਜੀ। ਬਸ ਕੱਲ ਜਿਹੜੀਆਂ ਖਬਰਾਂ ਬਾਕੀ ਦੀਆਂ ਰਹਿੰਦੀਆਂ ਪੂਰੀਆਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ। ਅੰਧ ਵਿਸ਼ਵਾਸਾਂ ਦੇ ਵਿੱਚੋਂ ਸਾਨੂੰ ਸਾਡੇ ਗੁਰੂ ਸਾਹਿਬਾਨ ਕੱਢ ਕੇ ਗਏ ਸੀ, ਪਰ ਅਸੀਂ ਉਹਨਾਂ ਹੀ ਅੰਧ ਵਿਸ਼ਵਾਸਾਂ ਦੇ ਵਿੱਚ ਫਿਰ ਧੱਸਦੇ ਜਾਂਦੇ ਆ। ਬਹੁਤ ਸਾਰੀਆਂ ਇਹੋ ਜਿਹੀਆਂ ਭੈਣਾਂ, ਇਹੋ ਜਿਹੇ ਲੋਕ ਆ ਜਿਹੜੇ ਫੋਨ ਕਰਕੇ ਮੈਸੇਜ ਕਰਕੇ ਆਪਣੀ ਭੇਜਦੇ ਹੈਗੇ, ਪ੍ਰੂਫ ਵੀ ਭੇਜਦੇ ਆ ਕਿ ਫਲਾਨੇ ਹੱਥ ਦੇਖਣ ਵਾਲੇ ਨੇ ਜਾਂ ਫਲਾਨੇ ਪੰਡਤ ਨੇ ਜਾਂ ਫਲਾਨੇ ਨੇ। ਸਾਰੇ ਮਾੜੇ ਨਹੀਂ ਐਸਟ੍ਰੋਲੋਜੀ 'ਚ ਜਿਹੜੇ ਕਰਦੇ ਬਲੀਵ, ਪੜ੍ਹ ਲਿਖ ਕੇ ਜਿਹੜੇ ਕਰਦੇ ਆ, ਹੋ ਸਕਦਾ ਹੋਊਗਾ ਕੁਛ, ਪਰ ਮੇਰੀ ਇਹਦੇ ਬਾਰੇ ਕੋਈ ਆਪਣੀ ਪਰਸਨਲ ਰਾਏ ਹੈ ਨਹੀਂ ਗੀ, ਕਿਉਂਕਿ ਮੈਂ ਇਹਨਾਂ ਗੱਲਾਂ 'ਚ ਬਲੀਵ ਹੀ ਨਹੀਂ ਕਰਦੀ। ਸੋ ਜਦੋਂ $40,000 ਤੁਸੀਂ ਕਿਸੇ ਨੂੰ ਦੇ ਰਹੇ ਆ ਕਿ ਮੇਰੀ ਨੂੰਹ ਨਾਲ ਬਣਦੀ ਨਹੀਂ,
ਹੁਣ 40,000 ਤੁਸੀਂ ਦੇਤਾ ਕਿਸੇ ਨੂੰ ਕਿ ਤੁਸੀਂ ਇਹਦੇ ਤੇ ਕੋਈ ਜਾਦੂ ਟੂਣਾ ਕਰ ਦਿਓ, ਤੇ ਜੇ ਤੁਸੀਂ ਦਿਨ ਦੇ 40 ਮਿੰਟ ਲਾ ਕੇ 40,000 ਨਾਲੋਂ 40 ਮਿੰਟ ਲਾ ਕੇ ਉਸ ਨੂੰਹ ਧੀ ਦੇ ਨਾਲ ਬੈਠ ਕੇ ਆਪਣਾ ਵਾਦ ਵਿਵਾਦ ਜਿਹੜਾ ਆ ਉਹਨੂੰ ਗੱਲਾਂ ਬਾਤਾਂ ਦੇ ਰਾਹੀਂ ਡਿਸਕਸ ਕਰ ਲੈਂਦੇ ਵੀ ਭਾਈ ਤੈਨੂੰ ਮੇਰੇ ਤੋਂ ਕੀ ਤਕਲੀਫ ਆ, ਤੇ ਜਾਂ ਮੈਂ ਤੈਨੂੰ ਕਿਉਂ ਨਹੀਂ ਪਸੰਦ ਕਰਦੀ, ਜਿਹੜੇ ਮਨ ਮਿਟਾਵਿਆ ਅਸੀਂ ਉਹੀ ਮਿਟਾ ਲੈਂਦੇ, ਨਾਲੇ ਤੇ 40,000 ਘਰ ਰਹਿਣਾ ਸੀ, ਨਾਲੇ ਪਰੇਸ਼ਾਨੀ ਨਹੀਂ ਹੋਣੀ ਸੀ, ਤੇ ਨਾਲੇ ਮੁੜ ਕੇ ਧੱਕੇ ਨਹੀਂ ਖਾਣੇ ਪੈਣੇ ਸੀ। ਹੁਣ 40,000 ਕਿਵੇਂ ਬਣਦਾ? 40,000 ਡਾਲਰ ਨੂੰ ਰੁਪਈਆਂ 'ਚ ਕਨਵਰਟ ਕਰ ਲਓ, ਕਿੰਨੇ ਰੁਪਈਏ ਬਣ ਗਏ, ਕਿੰਨੇ ਲੱਖ ਬਣ ਗਏ? ਕਿੱਥੇ ਗਿਆ? ਉਹਨਾਂ ਨੇ ਕੋਈ ਡਿਗਰੀ ਨਹੀਂ ਲਈ, ਕੁਛ ਨਹੀਂ ਕੀਤਾ, ਕੋਈ ਆਫਿਸ ਨਹੀਂ ਖੋਲ੍ਹਿਆ, ਕਿਤੇ ਤੁਹਾਨੂੰ ਘਰੋਂ ਨਹੀਂ ਲੈਣ ਜਾਂਦੇ, ਉਹ ਅਪੁਆਇੰਟਮੈਂਟ ਦਿੰਦੇ ਆ ਤੁਹਾਨੂੰ ਬਕਾਇਦਾ, 4-4 ਦਿਨ ਇੰਤਜ਼ਾਰ ਕਰਨਾ ਪੈਂਦਾ, $100 ਤੁਹਾਨੂੰ ਮਿਲਣ ਦਾ ਲੈਂਦੇ ਆ, ਤੇ $100 ਦਾ ਮੇਰੇ ਖਿਆਲ ਡਾਲਰ ਦਾ ਜੇ ਅੱਜ ਕੱਲ੍ਹ ਰੇਟ ਦੇਖਿਆ ਜਾਵੇ 55-5600 ਰੁਪਈਆ ਬਣ ਜਾਂਦਾ। ਉਹ ਤੁਹਾਨੂੰ ਘਰੇ ਬੈਠੇ ਤੁਸੀਂ ਜਾਂਦੇ ਆ $100 ਦੇ ਕੇ ਉਹਨਾਂ ਨੂੰ ਮਿਲਦੇ ਆ, ਉਹਨਾਂ ਦੇ ਕੋਲੋਂ ਤੁਸੀਂ ਪਤਾ ਨਹੀਂ ਕੀ ਕੁਛ ਲਿਆ ਕੇ ਰੱਖਦੇ ਆ, ਉਹ 'ਚ ਬਿਲੀਵ ਕਰਦੇ ਆ। ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ, ਆਪਣੇ ਆਪ ਤੇ ਬਿਲੀਵ ਨਹੀਂ ਕਿ ਮੇਰੇ ਅੰਦਰ ਕਿਹੜੀਆਂ ਕਮੀਆਂ ਖਾਮੀਆਂ ਆ, ਮੈਂ ਇਹਨਾਂ ਨੂੰ ਕਿਵੇਂ ਦੂਰ ਕਰ ਸਕਦਾ। ਕੰਮ ਲੱਭਣਾ ਆ, ਕੋਈ ਬਿਜ਼ਨਸ ਸੈੱਟ ਕਰਨਾ, ਮਿਹਨਤ ਕਰਾਂਗੇ ਤਾਂ ਸੈੱਟ ਹੋਣਾ। ਕਿਸੇ ਦੇ ਰਾਖ ਭਭੂਤੀ ਜਾਂ ਉਹ ਜਿਹੜੀਆਂ ਸਵਾਹ ਦੀਆਂ ਚੁਟਕੀਆਂ ਦੇਣ ਦੇ ਨਾਲ ਕੁਛ ਨਹੀਂ ਹੋਣਾ। ਸੋ ਸੋਚ ਉੱਚੀ ਰੱਖੀਏ, ਸਾਫ਼ ਨੀਤ ਰੱਖੀਏ ਤੇ ਮਿਹਨਤ ਕਰੀਏ। ਮਿਹਨਤ ਮੁਸ਼ੱਕਤ ਦੇ ਨਾਲ ਹੀ ਸਾਰੀਆਂ ਮੰਜ਼ਿਲਾਂ ਪਾਈਆਂ ਜਾਂਦੀਆਂ ਨੇ। ਸੋ ਹੱਥੀਂ ਕੰਮ ਕਰਕੇ, ਕਿਰਤ ਕਰਕੇ ਹੀ ਅਸੀਂ ਮੰਜ਼ਿਲਾਂ ਨੂੰ ਅਚੀਵ ਕਰ ਸਕਦੇ ਹਾਂ। ਜੇ ਘਰੇ ਬੈਠੇ ਸੋਚੀ ਗਏ ਕੋਈ ਨਹੀਂ, ਆਹ ਲਿਆ ਕੇ ਸਵਾਹ ਦੀ ਚੁਟਕੀ ਰੱਖ ਲਈ, ਇਹਨੂੰ ਸਵੇਰੇ ਖੋਲ੍ਹ ਲਿਆ, ਸ਼ਾਮੀ ਖੋਲ੍ਹ ਲਿਆ, ਸੁੰਘ ਲਿਆ ਜਾਂ ਚੱਟ ਲਿਆ, ਕੁਛ ਨਹੀਂ ਬਣਨਾ। ਸੋ ਕੱਲ ਫਿਰ ਮਿਲਦੇ ਹਾਂ ਜੀ, ਪਰ ਅੱਜ ਸ਼ਾਮੀ 7 ਤੋਂ 8 ਵਜੇ ਤੱਕ ਤੁਹਾਡੇ ਨਾਲ ਮੇਰੀ ਮੁਲਾਕਾਤ ਹੋਵੇਗੀ। ਪਲਾਨ ਇੰਸ਼ੋਰੈਂਸ ਤੋਂ ਅਮਰਿੰਦਰ ਸਿੰਘ ਨੱਡਾ ਆਉਣਗੇ। ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਤੁਹਾਡਾ ਸਵਾਲ ਹੋਵੇ, ਤੁਸੀਂ ਸਾਨੂੰ 에ਅਰ ਤੇ ਫੋਨ ਕਰਕੇ ਆਪਣੇ ਸਵਾਲ ਰੱਖ ਸਕਦੇ ਹੋ। ਤਦ ਤੱਕ ਰੱਖਿਓ ਖਿਆਲ। ਦੇਖ ਰਹੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।